ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਤਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਬਠਿੰਡਾ ਟੂ ਬਰੈਂਪਟਨ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅੱਜ ਤੋਂ ਕੁਝ ਕੁ ਦਿਨ ਪਹਿਲਾਂ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਇਨਫੋਰਮੇਸ਼ਨ ਹੈ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਆਪਾਂ ਇੱਕ ਟੈਕਨੀਕਲ ਸ਼ੋਅ ਲੈ ਕੇ ਆ ਰਹੇ ਹਾਂ, ਟੈਕ ਟਾਕਸ, ਤਕਨੀਕੀ ਗੱਲਾਂ। ਸੋ ਬੇਸਿਕਲੀ ਜਿਹੜਾ ਇਹ ਸ਼ੋਅ ਦਾ ਮੋਟਿਵ ਹੈ ਉਹ ਇਹੀ ਹੈ ਕਿ ਜਿਹੜੇ ਸਾਡੇ ਸਟੂਡੈਂਟ ਨੇ ਜਾਂ ਜਿਨ੍ਹਾਂ ਦਾ ਕਿ ਗੈਪ ਪੈ ਚੁੱਕਿਆ, ਸਟੱਡੀ ਉਹਨਾਂ ਨੇ ਕੀਤੀ ਹੈ ਇੰਜੀਨੀਅਰਿੰਗ ਦੇ ਵਿੱਚ ਜਾਂ ਕੋਈ ਵੀ ਟੈਕਨੀਕਲ ਕੋਰਸ ਕੀਤਾ, BCA ਕੀਤੀ ਆ, MCA ਕੀਤੀ ਆ ਜਾਂ ਕੋਈ ਡਿਪਲੋਮਾ ਕੋਰਸਸ ਕੀਤੇ ਨੇ। ਸੋ ਉਹ ਨਿਰਾਸ਼ ਹੋ ਚੁੱਕੇ ਨੇ ਕਿ ਉਹਨਾਂ ਨੂੰ ਕੋਈ ਜੌਬ ਨਹੀਂ ਮਿਲ ਰਹੀ, ਘਰੇ ਫ੍ਰੀ ਬੈਠੇ ਨੇ, ਗਵਰਨਮੈਂਟ ਦੇ ਐਗਜ਼ਾਮ ਜਿਹੜੇ ਹੈਗੇ ਉਹਨਾਂ ਦੀ ਤਿਆਰੀ ਕਰ ਰਹੇ ਨੇ। ਸੋ ਉਹਨਾਂ ਲਈ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ। ਇਹ ਪੂਰਾ ਸ਼ੋਅ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ। ਅੱਜ ਦੀ ਜਿਹੜੀ ਵੀਡੀਓ ਹੈ, ਇੰਟਰੋਡਕਸ਼ਨ ਵੀਡੀਓ ਹੈ, ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਪਾਸ ਆਊਟ ਹੋਣ ਤੋਂ ਬਾਅਦ ਸਾਨੂੰ ਕੀ ਸਕਿੱਲ ਸੈਟ ਚਾਹੀਦੇ ਨੇ ਇੰਡਸਟਰੀ ਦੇ ਵਿੱਚ ਮੂਵ ਹੋਣ ਲਈ। ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਡਿਵੈਲਪਰਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਮਿਲਵਾਇਆ ਜਾਊਗਾ। ਸੋ ਬੇਸਿਕਲੀ ਆਪਾਂ ਦੇਖਦੇ ਹਾਂ ਕਿ ਪਾਸ ਆਊਟ ਹੋਣ ਤੋਂ ਬਾਅਦ ਆਪਾਂ ਨੂੰ ਡਾਇਰੈਕਸ਼ਨ ਨਹੀਂ ਮਿਲਦੀ ਤੇ ਆਪਾਂ ਕੋਈ ਵੀ ਕੋਰਸ ਜਿਹੜਾ ਹੈਗਾ ਜਾਂ ਤਾਂ ਅੱਗੇ ਹਾਇਰ ਸਟੱਡੀ ਲਈ ਸੋਚ ਲੈਂਦੇ ਆ, ਗ੍ਰੈਜੂਏਸ਼ਨ ਤੋਂ ਬਾਅਦ ਦੀ ਗੱਲ ਕਰ ਰਿਹਾ ਮੈਂ, ਜਾਂ ਆਪਾਂ ਕੀ ਕਰਦੇ ਹਾਂ ਕਿ ਬੈਂਕਿੰਗ ਵੱਲ ਚਲੇ ਜਾਂਦੇ ਹਾਂ ਜਾਂ ਆਪਾਂ ਗਵਰਨਮੈਂਟ ਦੇ ਟੈਸਟ ਦੀ ਤਿਆਰੀ ਕਰਨ ਲੱਗ ਜਾਂਦੇ ਹਾਂ। ਸੋ ਸਾਨੂੰ ਉਹਨਾਂ ਦੇ ਵਿੱਚ ਜੌਬ ਵੀ ਮਿਲ ਜਾਂਦੀ ਹੈ। ਬੈਂਕਿੰਗ ਦੇ ਵਿੱਚ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਇੰਜੀਨੀਅਰਿੰਗ ਕਰਨ ਤੋਂ ਬਾਅਦ ਚਲੇ ਜਾਂਦੇ ਨੇ, ਜੌਬ ਵੀ ਉਹਨਾਂ ਨੂੰ ਮਿਲ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਪਰਸਨ ਜਿਹੜੇ ਹੁੰਦੇ ਨੇ ਉਹ ਬਹੁਤ ਡੈਡੀਕੇਟਡ ਹੁੰਦੇ ਨੇ, ਪੈਸ਼ਨੇਟ ਹੁੰਦੇ ਨੇ ਕਿ ਉਹ 6 ਸਾਲ ਇੱਕ ਫੀਲਡ ਵਿੱਚ ਸਟੱਡੀ ਕਰਨ ਤੋਂ ਬਾਅਦ ਇੱਕ ਡਿਫਰੈਂਟ ਫੀਲਡ ਦੇ ਵਿੱਚ ਜੌਬ ਲੈ ਲੈਂਦੇ ਨੇ। ਸੋ ਇੱਕ ਬਹੁਤ ਚੈਲੰਜਿੰਗ ਟਾਸਕ ਹੁੰਦਾ ਵੀ ਇੱਕ ਜਿਹਦੇ ਵਿੱਚ ਤੁਸੀਂ 6 ਸਾਲ ਸਟੱਡੀ ਕੀਤੀ ਆ, ਉਹਨੂੰ ਛੱਡ ਕੇ ਤੁਸੀਂ ਇੱਕ ਹੋਰ ਡਿਫਰੈਂਟ ਫੀਲਡ ਦੇ ਵਿੱਚ ਜਾ ਕੇ ਜੌਬ ਲੈਂਦੇ ਹੋ, ਬਹੁਤ ਚੈਲੰਜਿੰਗ ਟਾਸਕ ਹੁੰਦਾ ਹੈ। ਸੋ ਬਟ ਜੇ ਸਾਨੂੰ ਡਾਇਰੈਕਸ਼ਨ ਮਿਲ ਜਾਵੇ, ਬਹੁਤ ਸਾਰੇ ਲੋਕਾਂ ਦਾ ਹੋ ਸਕਦਾ ਕਿ ਪੈਸ਼ਨ ਹੋਵੇ, ਉਹਨਾਂ ਨੂੰ ਇੰਜੀਨੀਅਰਿੰਗ ਕਰਨ ਵੇਲੇ ਇਹ ਮਹਿਸੂਸ ਹੋਇਆ ਹੋਵੇ ਕਿ ਸ਼ਾਇਦ ਇਹ ਅਸੀਂ ਨਹੀਂ, ਸਾਡਾ ਇੰਟਰਸਟ ਨਹੀਂ ਗਾ ਇੰਜੀਨੀਅਰਿੰਗ ਦੇ ਵਿੱਚ, ਜਾਂ ਸਾਡਾ ਟੈਕਨੀਕਲ ਫੀਲਡ ਦੇ ਵਿੱਚ, ਸਾਡਾ ਬੈਂਕਿੰਗ ਦੇ ਵਿੱਚ ਇੰਟਰਸਟ ਹੈ। ਸੋ ਟੋਟਲੀ ਫਾਈਨ, ਕੋਈ ਇਸ਼ੂ ਨਹੀਂ ਗਾ। ਬਟ ਜੇ ਤੁਸੀਂ ਨਿਰਾਸ਼ ਹੋ ਕੇ ਟੈਕਨੀਕਲ ਫੀਲਡ ਤੋਂ ਕਿ ਇਹ ਤਾਂ ਸਾਡੇ ਕੰਮ ਦਾ ਨਹੀਂ ਗਾ, ਇਹਦੇ ਵਿੱਚ ਕੋਈ ਜੌਬਸ ਨਹੀਂ ਗੀ, ਸੋ ਇਹ ਟੋਟਲੀ ਮੈਂ ਕਹੂੰਗਾ ਕਿ ਇਹ ਟੋਟਲੀ ਗਲਤ ਹੈ। ਜਿੰਨੀਆਂ ਵੀ ਜੌਬਸ ਅੱਜ ਦੀ ਡੇਟ ਦੇ ਵਿੱਚ ਟੈਕਨੀਕਲ ਫੀਲਡ ਦੇ ਵਿੱਚ ਹੈਗੀਆਂ ਨੇ, ਇੰਨੀਆਂ ਹੋਰ ਕਿਸੇ ਫੀਲਡ ਦੇ ਵਿੱਚ ਨਹੀਂ ਹੋਣੀਆਂ, ਸਪੈਸ਼ਲੀ ਜੇ ਮੈਂ IT ਦੀ ਗੱਲ ਕਰਾਂ ਤਾਂ। ਸੋ ਅੱਜ ਆਪਾਂ ਇਸੇ ਚੀਜ਼ ਦੇ ਬਾਰੇ ਗੱਲ ਕਰਨੀ ਹੈ। ਇੱਕ ਬਰੀਫ ਜਿਹੜਾ ਹੈਗਾ, ਇੱਕ ਇੰਟਰੋਡਕਸ਼ਨ ਦੇਣੀ ਹੈਗੀ ਹੈ ਕਿ ਇੰਡਸਟਰੀ ਦੇ ਵਿੱਚ ਜਾਣ ਲਈ ਸਾਨੂੰ ਕੀ ਸਕਿੱਲ ਸੈਟ ਚਾਹੀਦੇ ਨੇ। ਇਸ ਤੋਂ ਇਲਾਵਾ ਸਕਿੱਲ ਸੈਟ ਤੋਂ ਇਲਾਵਾ ਅਸੀਂ ਕਿਵੇਂ ਤਿਆਰੀ ਕਰ ਸਕਦੇ ਹਾਂ। ਸੋ ਕਿਵੇਂ ਇੰਡਸਟਰੀ ਦੇ ਵਿੱਚ ਜਿਹੜੀ ਉਹ ਸਾਡੀ ਗਰੋਥ ਹੋਊਗੀ ਅੱਗੇ। ਸੋ ਇਹ ਸਾਰੀਆਂ ਚੀਜ਼ਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਨੇ ਜਿਹੜੇ ਫ੍ਰੀ ਬੈਠੇ ਨੇ, ਜਿਨ੍ਹਾਂ ਨੇ ਇੰਜੀਨੀਅਰਿੰਗ ਕੀਤੀ ਆ ਜਾਂ ਕੋਈ ਵੀ ਟੈਕਨੀਕਲ ਕੋਰਸ ਕੀਤਾ, ਸੋ ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ। ਇਹ ਅੱਧੇ ਕੁ ਘੰਟੇ ਦੀ ਵੀਡੀਓ ਹੋਏਗੀ ਤੇ ਅੱਧਾ ਘੰਟਾ ਤੁਸੀਂ ਆਪਣਾ ਜ਼ਰੂਰ ਦਿਓ। ਹੋ ਸਕਦਾ ਤੁਹਾਡਾ ਜਿਹੜਾ ਮਾਈਂਡਸੈਟ ਉਹ ਚੇਂਜ ਹੋ ਜਾਏ ਤੇ ਤੁਸੀਂ ਆਪਣੇ ਆਪ ਨੂੰ ਪ੍ਰਪੇਅਰ ਕਰ ਲਵੋ ਇੰਡਸਟਰੀ ਵਿੱਚ ਜੌਬ ਲੈਣ ਲਈ, ਕੰਪਨੀ ਦੇ ਵਿੱਚ ਜੌਬ ਲੈਣ ਲਈ। ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜੋ ਵੀ ਟੈਕਨੀਕਲ ਟਰਮਸ ਇਹਦੇ ਵਿੱਚ ਹੋਣਗੀਆਂ ਵੀਡੀਓ ਦੇ ਵਿੱਚ, ਉਹਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਡੇ ਤੋਂ ਪੁੱਛ ਸਕਦੇ ਹੋ। ਜੇ ਤੁਹਾਨੂੰ ਕੋਈ ਨਹੀਂ ਸਮਝ ਆਉਂਦਾ, ਤੁਸੀਂ ਕੋਈ ਵੀ ਕੁਐਸਚਨ ਹੈ ਤੁਹਾਡਾ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ। ਸੋ ਆਪਾਂ ਇਸ ਸ਼ੋਅ ਨੂੰ ਸ਼ੁਰੂ ਕਰਦੇ ਹਾਂ। ਇਸ ਦੀ ਪਹਿਲੀ ਜਿਹੜੀ ਵੀਡੀਓ ਇੰਟਰੋਡਕਸ਼ਨ ਵੀਡੀਓ ਆ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਦੇ ਹਾਂ ਉਹ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਕਿ ਟੈਕਨੋਲੋਜੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕੀ ਰੋਲ ਹੈ। ਸੋ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਰਿਸਟ ਵਾਚ, TV, STV ਜਿਹੜੇ ਸਾਡੇ ਸੈੱਟ ਟੌਪ ਬਾਕਸ, ਜਿਹੜੇ ਸਾਡੇ ਘਰਾਂ ਦੇ ਵਿੱਚ ਟੈਲੀਵਿਜ਼ਨ ਨੇ, ਸੋ ਉਹਨਾਂ ਦੇ ਨਾਲ ਇੱਕ ਛੋਟਾ ਜਿਹਾ ਬਾਕਸ ਲੱਗਿਆ ਹੁੰਦਾ ਨਾ, ਅੰਟੀਨਾ ਹੁੰਦਾ। ਇੱਕ ਅੰਟੀਨੇ ਦੇ ਨਾਲ ਇੱਕ ਅਸੀਂ ਬਾਕਸ ਲਾਉਂਦੇ ਹਾਂ, ਸੈਟੇਲਾਈਟ ਬਾਕਸ। ਸੋ ਉਹਨੂੰ STV ਕਹਿੰਦੇ ਆ। ਇਹਦੇ ਤੇ ਵੀ ਆਪਾਂ ਕਿਸੇ ਦਿਨ, ਇਹ ਵੀ ਇੱਕ ਬਹੁਤ ਵੱਡਾ ਫੀਲਡ ਹੈ ਟੈਲੀਵਿਜ਼ਨ ਇੰਡਸਟਰੀ ਦਾ, ਇਹ ਤੇ ਵੀ ਕਿਸੇ ਦਿਨ ਵੀਡੀਓ ਕਰਾਂਗੇ। ਸੋ ਕੈਮਰਾ ਹੋ ਗਿਆ, ਮੋਬਾਈਲ ਹੋ ਗਏ, ਜਿੰਨੀਆਂ ਵੀ ਡਿਵਾਈਸਿਸ ਨੇ, ਸਪੇਸ ਸਿਸਟਮਸ, ਤੁਸੀਂ ਆਪਣੇ ਆਸ-ਪਾਸ ਕਿਤੇ ਵੀ ਦੇਖ ਲਓ, ਤੁਹਾਨੂੰ ਇਹ ਮਿਲੇਗਾ ਹੀ ਨਹੀਂ ਕਿ ਟੈਕਨੋਲੋਜੀ ਤੋਂ ਬਿਨਾਂ ਕੁਝ ਪੋਸੀਬਲ ਹੈਗਾ। ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਹੈਗੀ ਟੈਕਨੋਲੋਜੀ ਯੂਜ਼ ਹੁੰਦੀ ਹੈ ਤੇ ਵਿਦਆਊਟ ਟੈਕਨੋਲੋਜੀ ਅਸੀਂ ਇਸ ਸੰਸਾਰ ਦੀ ਜਿਹੜੀ ਹੈਗੀ ਉਹ ਕਾਮਨਾ ਨਹੀਂ ਕਰ ਸਕਦੇ।
ਅੱਜ ਦੀ ਡੇਟ ਦੇ ਵਿੱਚ ਟੈਕਨੋਲੋਜੀ ਬਹੁਤ ਜ਼ਰੂਰੀ ਹੈ। ਟੈਕਨੋਲੋਜੀ ਨੇ ਸਾਡੀ ਲਾਈਫ ਨੂੰ ਇੰਨਾ ਕੁ ਜ਼ਿਆਦਾ ਈਜ਼ੀ ਕਰਤਾ ਕਿ ਅਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਕੁਝ ਵੀ ਕਰ ਸਕਦੇ ਹਾਂ। ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਆਪਣੇ ਮੈਸੇजेस ਭੇਜ ਸਕਦੇ ਹਾਂ। ਇੰਟਰਨੈਟ ਦੀ ਦੁਨੀਆ ਹੈ ਨਾ। ਸੋ ਇਹ ਟੈਕਨੋਲੋਜੀ ਜਿਹੜੀ ਹੈਗੀ ਆ, ਇਹਨੂੰ ਲਰਨ ਕਰਨ ਲਈ ਸਾਨੂੰ ਕੀ ਜ਼ਰੂਰੀ ਹੈ, ਸਾਨੂੰ ਕੀ ਸਿੱਖਣਾ ਚਾਹੀਦਾ। ਸੋ ਇੰਜੀਨੀਅਰਿੰਗ ਹੈਗੀ ਜਿਹੜੀ, ਉਹ ਮਦਰ ਆਫ ਟੈਕਨੋਲੋਜੀ ਹੈ। ਇੰਜੀਨੀਅਰਿੰਗ ਸਾਨੂੰ ਤਕਨੀਕ ਸਿਖਾਉਂਦੀ ਆ ਨਵੀਂ ਟੈਕਨੋਲੋਜੀ ਬਣਾਉਣ ਦੀ। ਸੋ ਜਿਹੜਾ ਅੱਜ ਆਪਾਂ ਗੱਲ ਕਰਨੀ ਹੈ, ਮੇਨ ਜਿਹੜੀਆਂ ਬ੍ਰਾਂਚਸ ਹੈਗੀਆਂ ਉਹ ਹੈਗੀਆਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ ਤੇ ਅਦਰਸ ਦੇ ਵਿੱਚ ਤੁਸੀਂ ਕਹਿ ਲਓ ਕਿ ਕੋਈ ਵੀ ਜਿਹੜਾ ਇੱਛੁਕ ਹੈਗਾ ਬੰਦਾ ਇਸ ਫੀਲਡ ਦੇ ਵਿੱਚ ਆਉਣ ਦਾ, ਚਾਹੇ ਆਰਟਸ ਦਾ ਸਟੂਡੈਂਟ ਹੋਵੇ, ਕਾਮਰਸ ਦਾ ਸਟੂਡੈਂਟ ਹੋਵੇ, ਮੈਡੀਕਲ ਦਾ ਸਟੂਡੈਂਟ ਹੋਵੇ, ਕੋਈ ਵੀ ਇਸ ਫੀਲਡ ਦੇ ਵਿੱਚ ਆ ਸਕਦਾ। ਸਿੰਪਲ ਜੀ ਐਗਜ਼ਾਮਪਲ ਹੈ, ਜੇ ਅਸੀਂ 6 ਸਾਲ ਟੈਕਨੀਕਲ ਫੀਲਡ ਦੇ ਵਿੱਚ ਸਟੱਡੀ ਕਰਨ ਤੋਂ ਬਾਅਦ ਬੈਂਕਿੰਗ ਦੇ ਵਿੱਚ ਜਾ ਸਕਦੇ ਹਾਂ, ਤੇ ਓਬਵੀਅਸ ਜੀ ਗੱਲ ਹੈ ਕਿ ਅਸੀਂ ਹੋਰ ਫੀਲਡ ਦੇ ਵਿੱਚ ਸਟੱਡੀ ਕਰਕੇ ਅਸੀਂ ਉਸ ਤੋਂ ਬਾਅਦ ਟੈਕਨੀਕਲ ਫੀਲਡ ਦੇ ਵਿੱਚ ਜੇ ਆਉਣਾ ਚਾਹੁੰਦੇ ਹਾਂ ਤਾਂ ਬੇਝਿਜਕ ਅਸੀਂ ਆ ਸਕਦੇ ਹਾਂ, ਸਾਨੂੰ ਕੋਈ ਨਹੀਂ ਰੋਕ ਸਕਦਾ। ਅੱਜ ਦੀ ਡੇਟ ਦੇ ਵਿੱਚ ਕੰਪਨੀਜ਼ ਨੇ ਵੀ ਇਹ ਕਹਿਤਾ ਕਿ ਐਜੂਕੇਸ਼ਨ ਮੈਟਰ ਕਰਦੀ ਹੈ, ਕੁਆਲੀਫਿਕੇਸ਼ਨ ਮੈਟਰ ਨਹੀਂ ਕਰਦੀ। ਸਾਨੂੰ ਤੁਹਾਡਾ ਡਿਗਰੀ ਦਾ ਸਰਟੀਫਿਕੇਟ ਨਹੀਂ ਚਾਹੀਦਾ, ਸਾਨੂੰ ਤੁਹਾਡੇ ਸਕਿੱਲ ਸੈੱਟ ਹੈਗੇ ਜਿਹੜੇ ਉਹ ਮੈਟਰ ਕਰਦੇ ਨੇ। ਮੇਰੇ ਸਰਕਲ ਦੇ ਵਿੱਚ ਹੀ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੇ ਆਰਟਸ ਤੋਂ ਸਟੱਡੀ ਕੀਤੀ ਹੈ, ਬਟ ਉਹ ਬਹੁਤ ਹੀ ਲੋ ਲੈਵਲ ਪ੍ਰੋਗਰਾਮਰ ਨੇ, ਉਹਨਾਂ ਨਾਲ ਵੀ ਤੁਹਾਨੂੰ ਮਿਲਾਇਆ ਜਾਊਗਾ। ਸੋ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ EMPLOYE ਦੀ ਕੀ ਗਰੋਥ ਹੈ ਇੰਡਸਟਰੀ ਦੇ ਵਿੱਚ, ਕੰਪਨੀਜ਼ ਦੇ ਵਿੱਚ। ਸੋ ਸਾਰਿਆਂ ਤੋਂ ਪਹਿਲਾਂ ਤੁਸੀਂ ਜਿਵੇਂ ਦੇਖ ਸਕਦੇ ਹੋ ਸਕਰੀਨ ਤੇ, ਸੌਫਟਵੇਅਰ ਡਿਵੈਲਪਰ। ਸੋ ਇਹਦੇ ਵਿੱਚ ਜਿਹੜੀ ਐਵਰੇਜ ਸੈਲਰੀ ਆ ਉਹ 3 ਤੋਂ 6 ਲੱਖ ਹੁੰਦੀ ਹੈ ਸਾਲਾਨਾ। ਐਕਸਪੀਰੀਅੰਸ, ਤੁਸੀਂ ਫਰੈਸ਼ਰ ਹੋ ਸਕਦੇ ਹੋ, ਠੀਕ ਹੈ। ਤੁਹਾਨੂੰ ਕੰਪਨੀ ਟ੍ਰੇਨਿੰਗ ਵੀ ਦਿੰਦੀ ਹੈ। ਸੋ ਇਹ ਤੁਹਾਡਾ ਜਿਹੜਾ ਹੈਗਾ ਪਹਿਲਾ, ਜੋ ਤੁਸੀਂ ਹਾਇਰ ਹੁੰਦੇ ਹੋ ਤਾਂ ਤੁਹਾਡਾ ਇਹ ਡੈਜ਼ਿਗਨੇਸ਼ਨ ਹੋਊਗਾ। ਉਸ ਤੋਂ ਬਾਅਦ ਹੁੰਦਾ ਸੀਨੀਅਰ ਸੌਫਟਵੇਅਰ ਡਿਵੈਲਪਰ। ਐਕਸਪੀਰੀਅੰਸ 3 ਤੋਂ 5 ਸਾਲ, ਐਵਰੇਜ ਸੈਲਰੀ 5 ਤੋਂ 15 ਲੱਖ। ਸੋ ਇਹ ਡਿਪੈਂਡ ਕਰਦਾ, ਕੰਪਨੀ ਤੇ ਵੀ ਡਿਪੈਂਡ ਕਰਦਾ ਤੇ ਤੁਹਾਡੇ ਸਕਿੱਲ ਸੈੱਟ ਤੇ ਵੀ ਡਿਪੈਂਡ ਕਰਦਾ। ਬਹੁਤ ਸਾਰੀਆਂ ਸਟਾਰਟਅਪ ਕੰਪਨੀਆਂ ਨੇ, ਉਹਨਾਂ ਦੀ ਜਿਹੜੀ ਇਨੀਸ਼ੀਅਲ ਪੈਕੇਜ ਹੈ, ਜਿਹੜਾ ਸੈਲਰੀ ਹੈ ਉਹ ਘੱਟ ਹੁੰਦੀ ਹੈ। ਬਟ ਬਹੁਤ ਸਾਰੀਆਂ ਸਟਾਰਟਅਪ ਕੰਪਨੀਆਂ ਇੱਦਾਂ ਦੀਆਂ ਵੀ ਨੇ ਜਿਨ੍ਹਾਂ ਦੀ ਸੈਲਰੀ, ਇਨੀਸ਼ੀਅਲ ਸੈਲਰੀ ਵੀ ਬਹੁਤ ਜ਼ਿਆਦਾ ਹੁੰਦੀ ਹੈ, ਲਾਈਕ MNC ਦੀ ਤਰ੍ਹਾਂ ਹੁੰਦੀ ਹੈ। ਸੋ MNC ਐਂਡ ਸਟਾਰਟਅਪ, ਇਹਦੇ ਤੇ ਵੀ ਆਪਾਂ ਗੱਲ ਕਰਾਂਗੇ ਅੱਗੇ ਜਾ ਕੇ। ਸੋ ਉਸ ਤੋਂ ਅਗਲਾ ਜਿਹੜਾ ਡੈਜ਼ਿਗਨੇਸ਼ਨ ਹੈਗਾ ਉਹ ਹੈਗਾ ਟੈਕਨੀਕਲ ਲੀਡ। ਜਦੋਂ ਤੁਹਾਨੂੰ 5-6 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ, ਤੁਹਾਡੀ ਟੈਕਨੋਲੋਜੀ 'ਤੇ ਚੰਗੀ ਪਕੜ ਹੋ ਜਾਂਦੀ ਹੈ, ਤਾਂ ਕੰਪਨੀ ਤੁਹਾਨੂੰ ਅੱਗੇ ਪ੍ਰਮੋਟ ਕਰ ਦਿੰਦੀ ਹੈ, ਤੁਹਾਨੂੰ ਟੈਕਨੀਕਲ ਲੀਡ ਬਣਾ ਦਿੰਦੀ ਹੈ। ਐਕਸਪੀਰੀਅੰਸ 6 ਤੋਂ 10 ਸਾਲ, ਐਵਰੇਜ ਸੈਲਰੀ 14 ਤੋਂ 28 ਲੱਖ। ਸੋ ਇਹ ਟੋਟਲੀ ਡਿਪੈਂਡ ਕਰਦਾ, ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਤੁਹਾਡੇ ਸਕਿੱਲ ਸੈੱਟ 'ਤੇ ਡਿਪੈਂਡ ਕਰਦਾ। ਕੁਝ ਜਿਹੜੇ ਸਟੂਡੈਂਟ ਹੁੰਦੇ ਨੇ, ਜਿਹੜੇ ਇੰਜੀਨੀਅਰਸ ਹੁੰਦੇ ਨੇ, ਡਿਵੈਲਪਰਸ ਹੁੰਦੇ ਨੇ, ਉਹਨਾਂ ਦੀ ਸਟਾਰਟਿੰਗ ਜਿਹੜੀ ਸੈਲਰੀ ਹੈਗੀ ਹੈ ਉਹੀ 14 ਤੋਂ 30 ਲੱਖ ਦੇ ਵਿੱਚ ਹੁੰਦੀ ਹੈ, ਜਾਂ ਇਸ ਤੋਂ ਜ਼ਿਆਦਾ ਵੀ ਹੁੰਦੀ ਹੈ। ਐਮਾਜ਼ੋਨ ਜਿਹੜੀ ਹੈਗੀ ਹੈ, ਮੈਂ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦੱਸ ਦਿੰਦਾ। ਐਮਾਜ਼ੋਨ ਕੰਪਨੀ ਹੈ ਜਿਹੜੀ, ਉਹਦੇ 5 ਰਾਊਂਡਸ ਹੁੰਦੇ ਨੇ ਇੰਟਰਵਿਊ ਦੇ। ਸੋ ਉਹਦਾ ਜਿਹੜਾ ਸਟਾਰਟਿੰਗ ਪੈਕੇਜ ਹੈ ਉਹ ਹੀ 20 ਤੋਂ ਸਟਾਰਟ ਹੁੰਦਾ, 20 ਤੋਂ ਆਈ ਥਿੰਕ 30 ਦੇ ਵਿੱਚ ਸਟਾਰਟ ਹੁੰਦਾ, 20 ਤੋਂ 30 ਲੱਖ। ਬਟ ਉਹਨਾਂ ਦੀ ਜਿਹੜੀ ਇੰਟਰਵਿਊ ਵੀ ਉਨੀ ਜ਼ਿਆਦਾ ਟਫ ਹੁੰਦੀ ਹੈ, ਟੈਸਟ ਵੀ ਉਨੇ ਜ਼ਿਆਦਾ, ਉਹਨਾਂ ਨੂੰ ਸਕਿੱਲ ਸੈੱਟ ਵੀ ਉੱਦਾਂ ਦਾ ਹੀ ਚਾਹੀਦਾ, ਹੈ ਨਾ। ਸੋ ਟੋਟਲੀ ਡਿਪੈਂਡ ਕਰਦਾ ਤੁਹਾਡੇ ਸਕਿੱਲਸ 'ਤੇ। ਸੋ ਅਗਲਾ ਜਿਹੜਾ ਡੈਜ਼ਿਗਨੇਸ਼ਨ ਹੈਗਾ ਉਹ ਹੈਗਾ ਐਸੋਸੀਏਟ ਮੈਨੇਜਰ ਦਾ। ਐਕਸਪੀਰੀਅੰਸ 12 ਤੋਂ 18 ਸਾਲ, ਐਵਰੇਜ ਸੈਲਰੀ 20 ਤੋਂ 40 ਲੱਖ ਸਾਲਾਨਾ। ਸੋ ਜਦੋਂ ਤਾਂ ਤੁਸੀਂ ਟੈਕਨੀਕਲ ਲੀਡ ਦਾ ਜਿਹੜਾ ਰੋਲ ਹੁੰਦਾ, ਉਹਦੇ 'ਚ ਕੀ ਹੁੰਦਾ ਕਿ ਤੁਹਾਡੇ ਅੰਡਰ ਇੱਕ ਟੀਮ ਹੁੰਦੀ ਹੈ, ਤੁਸੀਂ 5-6 ਬੰਦਿਆਂ ਦੀ ਟੀਮ ਨੂੰ ਲੀਡ ਕਰਦੇ ਹੋ। ਸੋ ਜਦੋਂ ਤੁਹਾਡਾ ਉਹਦੇ ਵਿੱਚ ਚੰਗਾ ਐਕਸਪੀਰੀਅੰਸ ਹੋ ਜਾਂਦਾ, ਤੁਸੀਂ ਜਿਹੜੀ ਰਿਲੀਜ਼ ਹੈਗੀ ਹੈ ਪ੍ਰੋਡਕਟ ਦੀ ਉਹ ਟਾਈਮ 'ਤੇ ਦੇ ਦਿੰਦੇ ਹੋ, ਤਾਂ ਤੁਹਾਨੂੰ ਕੰਪਨੀ ਪ੍ਰਮੋਟ ਕਰ ਦਿੰਦੀ ਹੈ, AM ਬਣਾ ਦਿੰਦੀ ਹੈ, ਐਸੋਸੀਏਟ ਮੈਨੇਜਰ ਬਣਾ ਦਿੰਦੀ ਹੈ, ਜਿਹਦੇ ਵਿੱਚ ਕਿ ਤੁਹਾਡੀ ਸੈਲਰੀ ਵੀ ਕਾਫੀ ਅੱਛੀ ਹੋ ਜਾਂਦੀ ਹੈ ਤੇ ਤੁਹਾਨੂੰ ਅੱਗੇ ਐਕਸਪੀਰੀਅੰਸ ਵੀ ਬਹੁਤ ਵਧੀਆ ਮਿਲਦਾ। ਇਸ ਤੋਂ ਅੱਗੇ ਵੀ ਡੈਜ਼ਿਗਨੇਸ਼ਨਸ ਨੇ। ਐਸੋਸੀਏਟ ਮੈਨੇਜਰ ਤੋਂ ਬਾਅਦ ਮੈਨੇਜਰ ਤੁਸੀਂ ਬਣਦੇ ਹੋ, ਠੀਕ ਹੈ। ਉਸ ਦੇ ਵਿੱਚ ਕੀ ਹੁੰਦਾ, ਤੁਹਾਡੇ ਅੰਡਰ ਇੱਕ ਪੂਰਾ ਪ੍ਰੋਜੈਕਟ ਹੁੰਦਾ, ਤੁਸੀਂ ਉਸ ਪ੍ਰੋਜੈਕਟ ਨੂੰ ਹੈਂਡਲ ਕਰਨਾ, ਤੁਹਾਡੀ ਟੀਮ ਕਿੱਦਾਂ ਵਰਕ ਕਰ ਰਹੀ ਹੈ, ਤੁਸੀਂ ਉਸ ਪ੍ਰੋਜੈਕਟ ਦੇ ਉੱਪਰ ਕੀ ਫੀਚਰਸ ਦੇਣੇ ਨੇ, ਕਿਵੇਂ ਡੀਲ ਕਰਨਾ। ਤੁਸੀਂ ਕਸਟਮਰ ਸਾਈਡ ਵੀ ਡੀਲ ਕਰਦੇ ਹੋ ਅਤੇ ਤੁਸੀਂ ਟੈਕਨੀਕਲ ਟੀਮ ਦੇ ਨਾਲ ਵੀ ਡੀਲ ਕਰਦੇ ਹੋ। ਰਿਪੋਰਟਿੰਗ ਮੈਨੇਜਰਸ ਹੁੰਦੇ ਨੇ, ਉਸ ਤੋਂ ਵੀ ਉੱਪਰ ਡਿਪਟੀ ਜਨਰਲ ਮੈਨੇਜਰਸ ਆ ਜਾਂਦੇ ਨੇ, DGM ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ। ਉਹਨਾਂ ਦੀ ਸੈਲਰੀ ਬਹੁਤ ਜ਼ਿਆਦਾ ਹੁੰਦੀ ਹੈ, 70-70 ਲੱਖ, 1-1 ਕਰੋੜ ਤੱਕ ਸੈਲਰੀ ਹੁੰਦੀ ਹੈ।
ਸੋ ਇਹ ਤੁਹਾਡੇ ਐਕਸਪੀਰੀਅੰਸ ਤੇ ਹੈ ਤੇ ਤੁਹਾਡੇ ਸਕਿੱਲ ਸੈੱਟ ਤੇ ਹੈ ਬੇਸਿਕਲੀ। ਸੋ ਜੇ ਤੁਸੀਂ ਬਹੁਤ ਅੱਛਾ ਪਰਫਾਰਮ ਕਰਦੇ ਹੋ ਤਾਂ ਤੁਹਾਨੂੰ 5-6 ਸਾਲ ਹੀ ਲੱਗਣਗੇ ਟੈਕਨੀਕਲ ਲੀਡ ਜਾਂ ਐਸੋਸੀਏਟ ਮੈਨੇਜਰ ਬਣਨ ਦੇ ਵਿੱਚ। ਤੁਹਾਨੂੰ ਇਸ ਤਰ੍ਹਾਂ ਦੇ ਬੰਦਿਆਂ ਦੇ ਨਾਲ ਮਿਲਾਇਆ ਜਾਊਗਾ ਇਸ ਸ਼ੋਅ ਦੇ ਵਿੱਚ ਜਿਨ੍ਹਾਂ ਨੇ ਕਿ 3 ਤੋਂ 5 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਹੀ 40 ਲੱਖ 50 ਲੱਖ ਦੀ ਸੈਲਰੀ ਹੈ ਜਿਹੜੀ ਉਹ ਮਤਲਬ ਇੰਨੀ ਵਧੀਆ ਪਰਫਾਰਮੈਂਸ ਦਿੱਤੀ ਕੰਪਨੀਆਂ ਨੂੰ ਕਿ ਉਹਨਾਂ ਨੂੰ ਇੰਨੇ ਵਧੀਆ ਵਧੀਆ ਪੈਕੇजेस ਆ ਜਿਹੜੇ ਮਿਲ ਰਹੇ ਨੇ ਕੰਪਨੀਆਂ ਤੋਂ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ। ਕੰਪਿਊਟਰ ਸਾਇੰਸ ਇੰਜੀਨੀਅਰਿੰਗ ਪਾਸ ਆਊਟ ਕਰਨ ਤੋਂ ਬਾਅਦ ਵੈਬ ਡਿਵੈਲਪਰ, ਐਂਡਰੋਇਡ ਡਿਵੈਲਪਰ, ISO ਡਿਵੈਲਪਰ, ਸੌਫਟਵੇਅਰ ਡਿਵੈਲਪਰ, ਕੁਆਲਿਟੀ ਐਨਾਲਿਸਟ, ਸੋ ਇਹ ਜਿਹੜੇ ਡੈਜ਼ਿਗਨੇਸ਼ਨ ਜਿਹੜੇ ਤੁਹਾਨੂੰ ਮੈਂ ਦੱਸੇ ਨੇ ਇਹ ਸਾਰੀਆਂ ਜਿਹੜੀਆਂ ਮੇਨ ਕੰਪਨੀਆਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਰਿਕੁਆਇਰਮੈਂਟ ਹੈ। ਇਹ ਸਕਿੱਲ ਸੈੱਟ ਵਾਲੇ ਜਿਹੜੇ ਹੈਗੇ ਪਰਸਨ ਚਾਹੀਦੇ ਨੇ ਜਿਨ੍ਹਾਂ ਨੂੰ ਵੈਬਸਾਈਟ ਬਣਾਉਣ ਦੀ ਨੌਲੇਜ ਹੋਵੇ, ਐਂਡਰੋਇਡ ਐਪ ਬਣਾਉਣ ਦੀ ਨੌਲੇਜ ਹੋਵੇ, ISO ਐਪ ਬਣਾਉਣ ਦੀ ਨੌਲੇਜ ਹੋਵੇ, ਹੈ ਨਾ। ਵੈਬ ਡਿਵੈਲਪਮੈਂਟ ਬਾਰੇ ਆਪਾਂ ਅੱਗੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ। ਸੋ ਇੱਕ ਵੈਬ ਡਿਵੈਲਪਰ ਬਣਨ ਦੇ ਲਈ ਤੁਹਾਨੂੰ ਇਹ ਜਿਹੜੇ ਸਕਰੀਨ ਤੇ ਤੁਸੀਂ ਸਕਿੱਲ ਸੈੱਟ ਦੇਖ ਰਹੇ ਹੋ ਇਹ ਤੁਹਾਡੇ ਵਿੱਚ ਹੋਣੇ ਬਹੁਤ ਜ਼ਰੂਰੀ ਨੇ। ਸੋ ਬੇਸਿਕਲੀ ਮੈਂ ਇਹਨਾਂ ਨੂੰ 2 ਭਾਗਾਂ ਵਿੱਚ ਵੰਡਿਆ, ਫਰੰਟ ਐਂਡ ਡਿਵੈਲਪਰ ਤੇ ਬੈਕ ਐਂਡ ਡਿਵੈਲਪਰ। ਇੱਕ ਫੁੱਲ ਸਟੈਕ ਡਿਵੈਲਪਰ ਵੀ ਹੁੰਦੇ ਨੇ, ਉਹਨਾਂ ਦੇ ਵਿੱਚ ਫਰੰਟ ਐਂਡ HTML CSS ਜਾਵਾਸਕ੍ਰਿਪਟ ਉਹਨਾਂ ਨੂੰ ਇਹਦੇ ਬਾਰੇ ਵੀ ਨੌਲੇਜ ਹੁੰਦੀ ਹੈ ਤੇ ਉਹਨਾਂ ਨੂੰ ਬੈਕ ਐਂਡ PHP ਜਾਵਾ ਕੋਈ ਵੀ ਇਹਨਾਂ ਦੇ ਵਿੱਚੋਂ ਇੱਕ ਲੈਂਗੁਏਜ ਦੀ ਨੌਲੇਜ ਹੁੰਦੀ ਹੈ, ਉਹਨਾਂ ਨੂੰ ਫਰੇਮਵਰਕ ਆਉਂਦੇ ਹੁੰਦੇ ਆ। ਫੁੱਲ ਸਟੈਕ ਦੀਆਂ ਵੀ ਕਾਫੀ ਜੌਬਸ ਹੁੰਦੀਆਂ ਨੇ ਜਿਹੜੇ ਬੇਸਿਕਲੀ ਜਿਹੜੇ ਸਟਾਰਟਅਪ ਕੰਪਨੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਫੁੱਲ ਸਟੈਕ ਡਿਵੈਲਪਰਸ ਦੀ ਕਾਫੀ ਡਿਮਾਂਡ ਹੁੰਦੀ ਹੈ ਕਿਉਂਕਿ ਉਹਨਾਂ ਦਾ ਬਜਟ ਘੱਟ ਹੁੰਦਾ। ਸੋ ਉਹਨਾਂ ਨੂੰ ਇੱਕੋ ਹੀ ਪਰਸਨ ਚਾਹੀਦਾ ਜਿਹੜਾ ਕਿ ਸਾਰਾ ਕੁਝ ਕਰ ਲਵੇ, ਹੈ ਨਾ। ਬਟ ਜਿਹੜੀਆਂ ਵੱਡੀਆਂ ਕੰਪਨੀਆਂ ਨੇ, MNC ਕੰਪਨੀਆਂ ਨੇ, ਉਹ ਫਰੰਟ ਐਂਡ ਲਈ ਕ੍ਰੀਏਟਿਵ ਪਰਸਨ ਦੇਖਦੇ ਨੇ ਕਿਉਂਕਿ ਉਹਨਾਂ ਨੇ ਜਿਹੜਾ ਯੂਜ਼ਰ ਇੰਟਰਫੇਸ ਹੈ, ਤੁਸੀਂ ਆਪਣੀ ਮੋਬਾਈਲ ਦੇਖਦੇ ਹੋ ਕੋਈ ਵੀ ਐਪਲੀਕੇਸ਼ਨ ਹੈ ਜਿਹੜੀ ਉਹਨੂੰ ਓਪਨ ਕਰਦੇ ਹੋ, ਫੇਸਬੁੱਕ, ਹੈ ਨਾ। ਸੋ ਜਦੋਂ ਆਪਾਂ ਫੇਸਬੁੱਕ ਨੂੰ ਓਪਨ ਕਰਦੇ ਹਾਂ ਤੇ ਉਹਦਾ ਜਿਹੜਾ UI ਹੈ ਜਿਹੜਾ ਸਾਨੂੰ ਦਿਖਦਾ, ਫੇਸਬੁੱਕ ਲਿਖਿਆ ਦਿਖਦਾ, ਇੱਕ ਸਰਚ ਬਾਰ ਹੁੰਦਾ ਗਾ ਉੱਪਰ, ਇਹਦੇ ਵਿੱਚ ਕਿ ਅਸੀਂ ਕਿਸੇ ਨੂੰ ਵੀ ਸਰਚ ਕਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਜਿਹੜੀ ਪੋਸਟ ਹੈਗੀ ਉਹ ਅਪਲੋਡ ਕਰਦੇ ਹਾਂ। ਸੋ ਜਿਹੜਾ UI ਸਾਨੂੰ ਦਿਖਦਾ, ਯੂਜ਼ਰ ਇੰਟਰਫੇਸ ਨੂੰ ਕਹਿ ਦਿੰਦੇ ਆ, ਇਹ ਫਰੰਟ ਐਂਡ ਡਿਵੈਲਪਰ ਹੈ ਜਿਹੜੇ ਉਹ ਬਣਾਉਂਦੇ ਨੇ। ਇਹਦੇ ਲਈ ਤੁਹਾਨੂੰ ਸਕਿੱਲ ਸੈੱਟ ਕੀ ਚਾਹੀਦਾ? HTML CSS ਜਾਵਾਸਕ੍ਰਿਪਟ jQuery AJAX ਤੇ ਸਕੈਚਿੰਗ। ਤੁਸੀਂ ਬੇਸਿਕਲੀ ਕ੍ਰੀਏਟਿਵ ਹੋਵੋਗੇ ਤੇ ਤੁਹਾਨੂੰ ਇਹ ਪ੍ਰੋਗਰਾਮਿੰਗ ਲੈਂਗੁਏਜਸ ਜਿਹੜੀਆਂ ਹੈਗੀਆਂ HTML ਤੇ CSS ਇਹ ਤੁਸੀਂ ਸਿੱਖ ਲਓਗੇ, ਤੁਸੀਂ ਇੱਕ ਬਹੁਤ ਅੱਛੇ ਫਰੰਟ ਐਂਡ ਡਿਵੈਲਪਰ ਬਣ ਸਕਦੇ ਹੋ। ਬੈਕ ਐਂਡ ਡਿਵੈਲਪਰ ਬਣਨ ਲਈ ਤੁਹਾਨੂੰ PHP ਜਾਵਾ C# ਰੂਬੀ ਪਰਲ ਪਾਈਥਨ, ਸੋ ਇਹ ਜਿਹੜੀਆਂ 5-6 ਜਿਹੜੀਆਂ ਮੈਂ ਲੈਂਗੁਏਜਸ ਦੱਸੀਆਂ ਨੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਲੈਂਗੁਏਜ ਦੇ ਵਿੱਚ ਜਿਹੜੀ ਤੁਹਾਡੀ ਐਕਸਪਰਟਿਜ਼ ਹੋਣੀ ਚਾਹੀਦੀ ਹੈ ਤਾਂ ਤੁਸੀਂ ਬੈਕ ਐਂਡ ਡਿਵੈਲਪਰ ਵੀ ਬਣ ਸਕਦੇ ਹੋ। ਤੇ ਇਸ ਤੋਂ ਇਲਾਵਾ ਅਦਰ ਟੂਲਸ ਔਰ ਫਰੇਮਵਰਕਸ, ਇਹਦੇ ਵਿੱਚ ਤੁਸੀਂ ਵਰਡਪ੍ਰੈਸ ਬਹੁਤ ਫੇਮਸ ਹੈ। ਵਰਡਪ੍ਰੈਸ ਦੇ ਵਿੱਚ ਜੇ ਤੁਸੀਂ ਵੈਬਸਾਈਟ ਬਣਾਉਣੀ ਆ ਤਾਂ ਤੁਹਾਨੂੰ ਕੋਈ ਕੋਡਿੰਗ ਨਹੀਂ ਕਰਨੀ ਪੈਂਦੀ, ਜ਼ਿਆਦਾ ਕੋਡਿੰਗ ਨਹੀਂ ਕਰਨੀ ਪੈਂਦੀ। ਜੇ ਤੁਸੀਂ ਕੋਈ ਮੇਜਰ ਚੇਂਜਸ ਕਰਨੇ ਨੇ ਉਹਦੇ ਪਲੱਗਇਨਸ ਹੁੰਦੇ ਨੇ, ਉਹਨਾਂ ਦੇ ਵਿੱਚ ਜਾ ਕੇ ਤੁਸੀਂ ਚੇਂਜਸ ਕਰ ਸਕਦੇ ਹੋ। ਉਹਦੇ ਲਈ ਤੁਹਾਨੂੰ HTML ਜਾਵਾਸਕ੍ਰਿਪਟ ਇਹਨਾਂ ਦੀ ਨੌਲੇਜ ਹੋਣੀ ਜ਼ਰੂਰੀ ਹੈ। ਬਟ ਵਰਡਪ੍ਰੈਸ ਦੇ ਵਿੱਚ ਜੇ ਤੁਸੀਂ ਕੋਈ ਬੇਸਿਕ ਵੈਬਸਾਈਟ ਬਣਾਉਣੀ ਆ, ਕੋਈ ਈ-ਕਮਰਸ ਵੈਬਸਾਈਟ ਬਣਾਉਣੀ ਆ ਜਾਂ ਸਿੰਪਲ ਕੋਈ ਬਲੌਗ ਬਣਾਉਣਾ ਤਾਂ ਤੁਹਾਨੂੰ ਪ੍ਰੋਗਰਾਮਿੰਗ ਕਰਨ ਦੀ ਜ਼ਰੂਰਤ ਨਹੀਂ। ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਡੈਮੋ ਦਿੰਦਾ ਕਿ ਆਪਾਂ google.com ਜਿਵੇਂ ਮੈਂ ਖੋਲ੍ਹਿਆ ਹੈ ਨਾ, ਸੋ ਤੁਸੀਂ ਦੇਖ ਰਹੇ ਹੋ ਕਿ ਗੂਗਲ ਦਾ ਜਿਹੜਾ ਪੇਜ ਹੈਗਾ ਓਪਨ ਹੋ ਗਿਆ। ਸੋ ਇਸ 'ਤੇ ਮੈਂ ਰਾਈਟ ਕਲਿੱਕ ਕਰਕੇ ਇੰਸਪੈਕਟ ਐਲੀਮੈਂਟ ਕਰਦਾ, ਹੈ ਨਾ। ਸੋ ਜਿਹੜਾ ਬਰਾਊਜ਼ਰ ਹੈ ਨਾ ਇਹ ਸਿਰਫ HTML ਹੀ ਇਹਨੂੰ ਸਮਝ 'ਚ ਆਉਂਦੀ ਹੈ, ਠੀਕ ਹੈ। ਇਹਨੇ ਜੋ ਵੀ ਆਪਾਂ ਨੂੰ ਦਿਖਦਾ ਬਰਾਊਜ਼ਰ ਦੇ ਵਿੱਚ, ਗੂਗਲ ਕ੍ਰੋਮ ਹੈ, ਇਹਦੇ ਵਿੱਚ ਸਾਨੂੰ ਜੋ ਵੀ ਦਿਖਦਾ ਇਹਨੇ ਸਭ HTML CSS ਜਾਵਾਸਕ੍ਰਿਪਟ ਬਰਾਊਜ਼ਰ ਦਾ ਬੈਕ ਐਂਡ ਕਹਿ ਲਓ। ਸੋ ਇਹਨੇ ਸਾਰਾ ਸਾਨੂੰ HTML ਤੇ CSS ਦੇ ਵਿੱਚ ਹੀ ਦਿਖਾਉਣਾ। ਸੋ ਹੁਣ ਤੁਹਾਨੂੰ ਇੱਥੇ ਛੋਟੀ ਜਿਹੀ ਮੈਂ ਜਿਹੜੀ ਹੈਗੀ ਆ ਉਹ ਇੱਕ ਡੈਮੋ ਦੇ ਕੇ ਦਿਖਾਉਣਾ ਕਿ ਮੈਂ ਗੂਗਲ 'ਤੇ ਕਲਿੱਕ ਕੀਤਾ, ਇੰਸਪੈਕਟ ਐਲੀਮੈਂਟ ਕੀਤਾ, ਇਹਨਾਂ ਨੇ ਨਾ ਇਮੇਜ ਯੂਜ਼ ਕੀਤੀ ਹੋਈ ਹੈ। ਸੋ ਇਸ 'ਤੇ ਮੈਂ ਰਾਈਟ ਕਲਿੱਕ ਕਰਕੇ ਇਹਨੂੰ ਐਡਿਟ ਐਜ਼ HTML ਕਰ ਦਿੰਦਾ, ਠੀਕ ਹੈ। ਹੁਣ ਮੈਂ ਇਸ ਇਮੇਜ ਦੀ ਜਗ੍ਹਾ 'ਤੇ ਆਪਣਾ ਨਾਮ ਲਿਖ ਦਿੰਦਾ। H1 ਇਹ ਟੈਗ ਹੈ HTML ਦਾ, ਹੈਡਿੰਗ 1 ਇਹਦਾ ਮਤਲਬ ਹੈ। ਸੋ
ਜਸਵਿੰਦਰ ਸਿੰਘ। ਤੁਸੀਂ ਦੇਖ ਸਕਦੇ ਹੋ ਕਿ ਮੇਰਾ ਨਾਮ ਹੈ ਜਿਹੜਾ ਉਹ ਰੀਪਲੇਸ ਕਰਤਾ ਮੇਰੇ ਨਾਮ ਨੇ ਗੂਗਲ ਦੀ ਜਿਹੜੀ ਇਮੇਜ ਸੀ। ਸੋ ਇਹ ਬੇਸਿਕਲੀ ਡਿਬਗਿੰਗ ਦੇ ਲਈ ਅਸੀਂ ਯੂਜ਼ ਕਰਦੇ ਹਾਂ, ਇੰਸਪੈਕਟ ਐਲੀਮੈਂਟ ਕਰਦੇ ਹਾਂ। ਐਲੀਮੈਂਟ ਸੈਕਸ਼ਨ ਹੈਗਾ, ਇਹਦੇ ਵਿੱਚ ਸਾਰੀ ਦੀ ਸਾਰੀ HTML ਜਿਹੜੀ ਹੈਗੀ ਉਹਨੂੰ ਤੁਸੀਂ ਡਿਬਗ ਕਰ ਸਕਦੇ ਹੋ। ਜਿਵੇਂ ਮੈਂ ਇੱਥੇ ਆਪਣਾ ਨਾਮ ਲਿਖਿਆ, ਸੋ ਇਸ 'ਤੇ ਮੈਂ ਕੋਈ CSS ਲਗਾ ਕੇ ਇਹਨੂੰ ਥੋੜ੍ਹਾ ਹੋਰ ਵਧੀਆ ਕਰ ਸਕਦਾ। ਇਸ ਟਾਈਮ ਇਹ ਬਲੈਕ ਦਿਖ ਰਿਹਾ, ਬਟ ਇਹਦਾ ਜੇ ਮੈਂ ਕਲਰ ਚੇਂਜ ਕਰਨਾ ਤਾਂ ਕਲਰ ਕੋਈ ਵੀ ਕਲਰ ਦੇ ਸਕਦੇ ਹਾਂ। ਫੌਂਟ ਸਾਈਜ਼ है ना। तो ਦੇਖੋਗੇ ਕਿ ਮੇਰਾ ਜਿਹੜਾ ਨਾਮ ਹੈਗਾ ਉਹ ਰੀਪਲੇਸ ਹੋ ਗਿਆ। ਸੋ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਨਹੀਂ। ਜੇ ਅਸੀਂ ਆਪਣੇ ਕਾਲਜ ਟਾਈਮ ਤੋਂ ਹੀ ਥੋੜ੍ਹਾ ਸਿੱਖਣਾ ਸਟਾਰਟ ਕਰ ਦਈਏ ਤਾਂ ਜਦੋਂ ਨੂੰ ਅਸੀਂ ਪਾਸ ਆਊਟ ਹੋਵਾਂਗੇ ਤਾਂ ਇੱਕ ਬਹੁਤ ਵਧੀਆ ਡਿਵੈਲਪਰ ਬਣ ਕੇ ਨਿਕਲਾਂਗੇ। ਸਾਨੂੰ ਕੰਪਨੀਜ਼ ਦੇ ਵਿੱਚ ਜਿਹੜੀ ਜੌਬ ਲੈਣ ਦੇ ਵਿੱਚ ਜ਼ਿਆਦਾ ਪ੍ਰੋਬਲਮ ਨਹੀਂ ਆਊਗੀ। ਬੈਕ ਐਂਡ ਡਿਵੈਲਪਰ ਮੈਂ ਤੁਹਾਨੂੰ ਦੱਸ ਚੁੱਕਿਆ ਕਿ PHP, ਜਾਵਾ, C#, ਰੂਬੀ, ਪਰਲ, ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਲੈਂਗੁਏਜ ਹੈਗੀ ਜਿਹੜੀ ਤੁਸੀਂ ਉਹ ਜੇ ਤੁਸੀਂ ਕਰ ਲੈਂਦੇ ਹੋ ਤਾਂ ਤੁਸੀਂ ਇੱਕ ਚੰਗੇ ਬੈਕ ਐਂਡ ਡਿਵੈਲਪਰ ਬਣ ਜਾਓਗੇ। ਸੋ ਦੋਸਤੋ, ਅਗਲਾ ਜਿਹੜਾ ਡੈਜ਼ਿਗਨੇਸ਼ਨ ਹੈ ਜਾਂ ਅਗਲਾ ਜਿਹੜਾ ਕਰੀਅਰ ਦਾ ਸਾਡੇ ਦਾ ਜਿਹੜਾ ਫੀਲਡ ਹੈਗਾ ਉਹ ਹੈਗਾ ਮੋਬਾਈਲ ਐਪ ਡਿਵੈਲਪਰ। ਸੋ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਐਂਡਰੋਇਡ ਇੱਕ ਆਪਰੇਟਿੰਗ ਸਿਸਟਮ ਹੈ ਤੇ iOS ਐਪਲ ਦਾ ਇੱਕ ਆਪਰੇਟਿੰਗ ਸਿਸਟਮ ਹੈ। ਮੋਬਾਈਲ ਆਪਰੇਟਿੰਗ ਸਿਸਟਮ ਨੇ ਦੋਨੋਂ। ਸੋ ਬੇਸਿਕਲੀ ਇਹ ਦੋ ਹੀ ਜਿਹੜੇ ਹੈਗੇ ਨੇ iOS ਤੇ ਐਂਡਰੋਇਡ ਆਪਰੇਟਿੰਗ ਸਿਸਟਮ ਨੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਕਿ ਮਾਰਕੀਟ ਦੇ ਵਿੱਚ ਫੋਨਸ ਜਿਹੜੇ ਇਹਨਾਂ ਤੇ ਬੇਸ ਤੇ ਆਉਂਦੇ ਨੇ। ਸੋ ਜੇ ਅਸੀਂ ਐਂਡਰੋਇਡ ਐਪ ਡਿਵੈਲਪਮੈਂਟ ਕਰਨੀ ਹੈ ਤਾਂ ਸਾਨੂੰ ਜਾਵਾ, XML, ਐਂਡਰੋਇਡ ਸਟੂਡੀਓ ਤੇ ਡਾਟਾਬੇਸ ਇਹਨਾਂ ਦੀ ਨੌਲੇਜ ਹੋਣੀ ਚਾਹੀਦੀ ਹੈ। ਇਹਨਾਂ 'ਤੇ ਅਸੀਂ ਚੰਗੀ ਤਰ੍ਹਾਂ, ਕਿਉਂਕਿ ਬਿਕੋਜ਼ ਜਾਵਾ ਜਿਹੜਾ ਹੈਗਾ ਉਹ ਮੇਨ ਫਰੇਮਵਰਕ ਹੈ ਐਂਡਰੋਇਡ ਦਾ। ਸੋ ਸਾਨੂੰ ਜਾਵਾ, XML, ਐਂਡਰੋਇਡ ਸਟੂਡੀਓ, ਡਾਟਾਬੇਸ ਇਹ ਸਾਨੂੰ ਆਉਂਦਾ ਹੋਣਾ ਚਾਹੀਦਾ। ਸੋ ਐਪ ਡਿਵੈਲਪਮੈਂਟ ਦੇ ਲਈ ਸਾਨੂੰ ਸਵਿਫਟ, ਆਬਜੈਕਟਿਵ ਸੀ, ਇਹ ਲੈਂਗੁਏਜ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਐਪ ਡਿਵੈਲਪਮੈਂਟ ਹੁੰਦੀ ਹੈ। ਸਵਿਫਟ UI ਬਣਾਉਣ ਦੇ ਕੰਮ ਆਉਂਦਾ, ਜਿਵੇਂ ਕਿ ਮੈਂ ਪਹਿਲਾਂ ਹੀ ਤੁਹਾਨੂੰ ਵੈਬਸਾਈਟ ਡਿਵੈਲਪਮੈਂਟ ਦੇ ਵਿੱਚ ਦੱਸਿਆ। ਤੇ Xcode IDE ਹੈ ਤੇ ਡਾਟਾਬੇਸ ਸਾਨੂੰ ਜਿਵੇਂ MySQL ਸਾਨੂੰ ਜਿਹੜੀਆਂ ਵੱਡੀਆਂ ਐਪਲੀਕੇਸ਼ਨਸ ਨੇ, ਅਸੀਂ ਕੋਈ ਬਹੁਤ ਵੱਡਾ ਡਾਟਾ ਜਿਹੜਾ ਹੈਗਾ ਉਹ ਮੇਨਟੇਨ ਕਰਨਾ, ਸੋ ਉਹਦੇ ਲਈ ਸਾਨੂੰ ਡਾਟਾਬੇਸ ਆਉਂਦਾ ਹੋਣਾ ਚਾਹੀਦਾ। ਐਂਡਰੋਇਡ ਸਟੂਡੀਓ, Xcode IDE ਨੇ। ਹੋਰ ਵੀ IDE ਨੇ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ ਐਪ ਡਿਵੈਲਪਮੈਂਟ ਲਈ, ਲਾਈਕ Eclipse ਹੈ, JetBrains ਦੀਆਂ ਬਹੁਤ ਸਾਰੀਆਂ IDEs ਨੇ। ਸੋ ਉਹਨਾਂ ਦੇ ਵਿੱਚ ਵੀ ਤੁਸੀਂ ਐਪ ਬਣਾ ਸਕਦੇ ਹੋ। ਸੋ IDE ਮਤਲਬ ਇੰਟੀਗ੍ਰੇਟਡ ਡਿਵੈਲਪਮੈਂਟ ਇਨਵਾਇਰਨਮੈਂਟ। ਬੇਸਿਕਲੀ ਇਹ ਤੁਹਾਡੀ ਜਿਹੜੀ ਡਿਵੈਲਪਮੈਂਟ ਹੈਗੀ ਇਹਨੂੰ ਬਹੁਤ ਜ਼ਿਆਦਾ ਈਜ਼ੀ ਕਰ ਦਿੰਦਾ, ਕਿਉਂਕਿ ਇਹਦੇ ਵਿੱਚ ਲੈਂਗੁਏਜ ਦੀ ਸਪੋਰਟ ਹੁੰਦੀ ਆ, ਪਲੱਗਇਨਸ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰਕੇ ਤੁਹਾਡੀ ਜਿਹੜੀ ਪ੍ਰੋਗਰਾਮਿੰਗ ਆ ਉਹ ਫਾਸਟ ਹੋ ਜਾਂਦੀ ਹੈ। ਸੋ ਅਗਲਾ ਜਿਹੜਾ ਫੀਲਡ ਆ ਉਹ ਹੈਗਾ ਕੁਆਲਿਟੀ ਐਨਾਲਿਸਟ, ਸਪੈਸ਼ਲੀ ਟੈਸਟਿੰਗ ਫੀਲਡ ਕਹਿ ਦਿੰਦੇ ਹੈਗੇ ਇਹਨੂੰ। ਇਹਦੇ ਵਿੱਚ ਪ੍ਰੋਗਰਾਮਿੰਗ ਸਕਿੱਲ ਦੀ ਜ਼ਰੂਰਤ ਨਹੀਂ ਹੁੰਦੀ, ਬਟ ਜਿਹੜਾ ਪਰਸਨ ਹੈਗਾ ਉਹਨੂੰ ਕੋਡ ਬ੍ਰੇਕ ਕਰਨ ਦੀ ਸਮਝ ਹੋਣੀ ਚਾਹੀਦੀ ਆ, ਉਹਨੂੰ ਐਪਲੀਕੇਸ਼ਨ ਦਾ ਜਿਹੜਾ ਵਰਕ ਫਲੋ ਹੈਗਾ ਉਹ ਪਤਾ ਹੋਣਾ ਚਾਹੀਦਾ। ਫਿਰ ਹੀ ਉਹ ਜਿਹੜਾ ਹੈਗਾ ਐਪਲੀਕੇਸ਼ਨ ਨੂੰ ਬ੍ਰੇਕ ਕਰ ਪਾਊਗਾ। ਸਪੈਸ਼ਲੀ ਆਪਾਂ ਕਹਿ ਦਈਏ ਕਿ ਚੀਜ਼ਾਂ ਨੂੰ ਤੋੜਨਾ ਤੇ ਉਹਨਾਂ ਨੂੰ ਟੈਸਟ ਕਰਨਾ। ਜਿਹੜਾ ਸੌਫਟਵੇਅਰ ਹੈਗਾ, ਜੇ ਕੋਈ ਕਿਸੇ ਨੇ ਐਪਲੀਕੇਸ਼ਨ ਬਣਾਈ ਹੈ ਜਾਂ ਕਿਸੇ ਨੇ ਵੈਬਸਾਈਟ ਬਣਾਈ ਹੈ, ਕੁਛ ਵੀ ਬਣਾਇਆ, ਹਾਰਡਵੇਅਰ ਟੈਸਟਿੰਗ ਵੀ ਹੁੰਦੀ ਹੈ, ਇੱਕ ਡਿਫਰੈਂਟ ਫੀਲਡ ਹੈ। ਆਪਾਂ ਸੌਫਟਵੇਅਰ ਟੈਸਟਿੰਗ ਦੀ ਗੱਲ ਕਰ ਰਹੇ ਹਾਂ, ਚਾਹੇ ਉਹ ਮੋਬਾਈਲ ਐਪਲੀਕੇਸ਼ਨ ਹੈ, ਵਿੰਡੋਜ਼ ਐਪਲੀਕੇਸ਼ਨ ਹੈ, ਲਾਈਨਕਸ ਐਪਲੀਕੇਸ਼ਨ ਹੈ, ਕੋਈ ਵੀ ਐਪਲੀਕੇਸ਼ਨ ਹੈ। ਸੋ ਉਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਇੱਕ ਟੈਸਟਰ ਦਾ। ਡਿਵੈਲਪਰ ਕਦੇ ਵੀ ਆਪਣੇ ਕੋਡ ਨੂੰ ਇਹ ਨਹੀਂ ਕਹਿੰਦਾ ਕਿ ਉਹਨੇ ਗਲਤ ਬਣਾਇਆ। ਸੋ ਉਹਦੀ ਜਿਹੜੀ ਟੈਸਟਿੰਗ ਹੈਗੀ ਉਹ ਇੱਕ ਟੈਸਟਰ ਹੀ ਕਰਦਾ, ਉਹ ਹੀ ਦੱਸਦਾ ਕਿ ਇਹਦੇ ਵਿੱਚ ਆਹ ਕਮੀਆਂ ਨੇ, ਚਾਹੇ ਉਹ ਫੰਕਸ਼ਨਲ ਟੈਸਟਿੰਗ ਹੋਵੇ, ਸਿਕਿਉਰਿਟੀ ਦੇ ਰਿਲੇਟਡ ਟੈਸਟਿੰਗ ਹੋਵੇ। ਸੋ ਸਪੈਸ਼ਲੀ ਤੁਸੀਂ ਦੇਖਿਆ ਹੋਣਾ ਕਿ ਕੰਪਨੀ ਦੇ ਵਿੱਚ ਇੱਕ ਟਿਕਟਿੰਗ ਸਿਸਟਮ ਹੁੰਦਾ। ਸੋ ਜੇ ਕੋਈ ਬਗ ਇੱਕ ਟੈਸਟਰ ਨੂੰ ਮਿਲਦੀ ਹੈਗੀ ਆ ਐਪਲੀਕੇਸ਼ਨ ਦੇ ਵਿੱਚ, ਤਾਂ ਉਹ ਉਹਦੀ ਟਿਕਟ ਜਨਰੇਟ ਕਰ ਦਿੰਦਾ ਤੇ ਉਹਦੀ ਜਿਹੜੀ ਰਿਪੋਰਟ ਕਰ ਦਿੰਦਾ ਇੱਕ ਤਰ੍ਹਾਂ ਦੀ ਉਸ ਬਗ ਦੀ, ਤੇ ਡਿਵੈਲਪਰ ਨੂੰ ਫਿਰ ਬਗ ਜਿਹੜੀ ਰਿਜ਼ੋਲਵ ਕਰਨੀ ਪੈਂਦੀ ਹੈ। ਸੋ ਸਪੈਸ਼ਲੀ ਇੱਕ ਬਗ ਰਿਪੋਰਟਿੰਗ ਹੁੰਦੀ ਹੈ। ਕੁਆਲਿਟੀ ਐਨਾਲਿਸਟ ਦੀ ਜਿਹੜੀ ਜੌਬ ਹੁੰਦੀ ਹੈ ਉਹ ਇੱਕ ਬਗ ਰਿਪੋਰਟਿੰਗ, ਬਗ ਫਾਈਂਡ ਕਰਨਾ ਤੇ ਉਹਨੂੰ ਰਿਪੋਰਟ ਕਰਨਾ ਹੁੰਦੀ ਹੈ। ਸੋ ਟੈਸਟਿੰਗ ਕਿਵੇਂ ਕਰ ਸਕਦੇ ਹਾਂ, ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਫੰਕਸ਼ਨਲ, ਇਹ ਟਾਈਪਸ ਨੇ ਟੈਸਟਿੰਗ ਦੀਆਂ: ਫੰਕਸ਼ਨਲ ਟੈਸਟਿੰਗ, ਸਿਕਿਉਰਿਟੀ ਟੈਸਟਿੰਗ, ਕੰਪੈਟੇਬਿਲਿਟੀ ਟੈਸਟਿੰਗ, ਲੋਡ ਟੈਸਟਿੰਗ, ਪਰਫਾਰਮੈਂਸ ਟੈਸਟਿੰਗ। ਇਹ ਮੈਂ
4-5 ਕੀ ਲਿਖੀਆਂ, ਇਸ ਤੋਂ ਇਲਾਵਾ ਹੋਰ ਵੀ ਨੇ, ਯੂਨਿਟ ਟੈਸਟਿੰਗ ਹੁੰਦੀ ਹੈ। ਸੋ ਟੈਸਟਿੰਗ ਕਰਨ ਦੇ ਲਈ ਤੁਹਾਨੂੰ ਕੋਡ ਬ੍ਰੇਕ ਕਰਨਾ ਆਉਂਦਾ ਹੋਣਾ ਚਾਹੀਦਾ, ਤੁਹਾਨੂੰ ਐਪਲੀਕੇਸ਼ਨ ਨੂੰ ਬ੍ਰੇਕ ਕਰਨਾ ਆਉਂਦਾ ਹੋਣਾ ਚਾਹੀਦਾ, ਸੌਰੀ। ਸੋ ਟੈਸਟਿੰਗ ਟੂਲਸ ਹੁੰਦੇ ਨੇ, ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਸਲੇਨੀਅਮ, UFT, ਸਿਲਕ ਟੈਸਟ, ਇਹ ਬਹੁਤ ਸਾਰੇ ਟੂਲਸ ਨੇ ਅਵੇਲੇਬਲ ਨੇ, ਜਿਨ੍ਹਾਂ ਨੂੰ ਤੁਸੀਂ ਯੂਜ਼ ਕਰਕੇ ਐਪਲੀਕੇਸ਼ਨਸ ਨੂੰ ਬ੍ਰੇਕ ਕਰਕੇ ਉਹਨਾਂ ਦੀ ਟੈਸਟਿੰਗ ਕਰਦੇ ਹੋ। ਸੋ ਤੁਹਾਨੂੰ ਇਹ ਆਉਂਦੇ ਹੋਣੇ ਚਾਹੀਦੇ ਨੇ, ਸਪੈਸ਼ਲੀ ਜੇ ਤੁਸੀਂ ਟੈਸਟਿੰਗ ਦੇ ਵਿੱਚ ਆਪਣਾ ਫੀਲਡ, ਜੇ ਤੁਸੀਂ ਟੈਸਟਿੰਗ ਨੂੰ ਆਪਣਾ ਫੀਲਡ ਬਣਾਉਣਾ ਚਾਹੁੰਦੇ ਹੋ। ਸੋ ਇਹ ਸੀਗਾ ਜਿਹੜਾ ਕੰਪਿਊਟਰ ਦੇ ਰਿਲੇਟਡ, ਸੌਫਟਵੇਅਰ ਡਿਵੈਲਪਮੈਂਟ ਦੇ ਰਿਲੇਟਡ, ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਾਲਿਆਂ ਲਈ, ਕਿ ਤੁਸੀਂ ਮੇਨ ਜਿਹੜੇ ਫੀਲਡ ਨੇ ਇਹਨਾਂ ਦੇ ਵਿੱਚ ਤੁਸੀਂ ਜੇ ਟਰਾਈ ਕਰਨਾ, ਤੁਹਾਨੂੰ ਆਹ ਸਕਿੱਲ ਸੈਟ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਨੂੰ ਇਹਦੀ ਨੌਲੇਜ ਹੋਣੀ ਚਾਹੀਦੀ ਹੈ, ਤੁਹਾਨੂੰ ਇਸ 'ਤੇ ਐਕਸਪਰਟਿਜ਼ ਹੋਣੀ ਚਾਹੀਦੀ ਹੈ। ਸੋ ਦੋਸਤੋ, ਅੱਗੇ ਆਪਾਂ ਗੱਲ ਕਰਾਂਗੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਬਾਰੇ। ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਕਰਨ ਤੋਂ ਬਾਅਦ ਸਾਡਾ ਜਿਹੜਾ ਇੰਡਸਟਰੀ ਦੇ ਵਿੱਚ ਅਸੀਂ ਕਿਵੇਂ ਜੌਬ ਲੈ ਸਕਦੇ ਹਾਂ। ਸੋ IP ਡਿਜ਼ਾਈਨਰ ਪਹਿਲਾ ਜਿਹੜਾ ਹੈਗਾ, IP ਡਿਜ਼ਾਈਨਰ ਬੇਸਿਕਲੀ ਇੰਟੈਲੈਕਚੁਅਲ ਪ੍ਰੋਪਰੇਟਰੀ, ਸਪੈਸ਼ਲੀ ਜਦੋਂ ਆਪਾਂ ਹਾਰਡਵੇਅਰ ਦੀ ਗੱਲ ਕਰਦੇ ਹਾਂ, ਡਿਜੀਟਲ ਹਾਰਡਵੇਅਰ ਦੀ ਗੱਲ ਕਰਦੇ ਹਾਂ, ਮਾਈਕਰੋ ਪ੍ਰੋਸੈਸਰ ਹੋ ਗਿਆ, ਮਾਈਕਰੋ ਕੰਟਰੋਲਰ ਹੋ ਗਿਆ, ਕੋਈ ਵੀ ਇਨਕੋਡਰ ਹੋ ਗਿਆ, ਡਿਕੋਡਰ ਹੋ ਗਿਆ, ਕੋਈ ਵੀ ਚਿਪ ਸੈਟ ਹੋ ਗਈ ਨਾ ਜਿਹੜੀ, ਉਹ IP ਡਿਜ਼ਾਈਨਰ ਬਣਾਉਂਦੇ ਨੇ, ਠੀਕ ਹੈ। IP ਵੈਰੀਫਿਕੇਸ਼ਨ, ਸੋ ਜਿਹੜਾ ਡਿਜ਼ਾਈਨ ਬਣਿਆ ਹੋਇਆ, ਜਿਹੜੀ ਕਿ ਇੱਕ ਲੇਆਊਟ ਬਣੀ ਹੋਈ ਆ ਡਿਜੀਟਲ ਸਰਕਟ ਦੀ, ਉਹਦੀ ਜਿਹੜੀ ਵੈਰੀਫਿਕੇਸ਼ਨ ਹੈ, ਉਹ IP ਵੈਰੀਫਿਕੇਸ਼ਨ ਇੰਜੀਨੀਅਰ ਕਰਦਾ, ਠੀਕ ਹੈ। ਇੱਕ ਹਾਰਡਵੇਅਰ ਇੰਜੀਨੀਅਰ, ਬਹੁਤ ਸਾਰੇ ਜਿਹੜੇ ਸਾਡੇ ਮਿੱਤਰ ਨੇ ਉਹ ਇੱਦਾਂ ਸੋਚਦੇ ਨੇ ਕਿ ਸ਼ਾਇਦ ਜਿਹੜੀ ਐਨਾਲੌਗ ਇਲੈਕਟ੍ਰੋਨਿਕਸ ਆ ਉਹ ਖਤਮ ਹੋ ਗਈ, ਬਟ ਨਹੀਂ। ਜਿਹੜੇ ਪ੍ਰੋਸੈਸਰ ਨੇ, ਮਾਈਕਰੋ ਕੰਟਰੋਲਰ ਨੇ, ਜਾਂ ਕੋਈ ਵੀ ਚਿਪਸੈਟ ਬਣਦੇ ਨੇ, ਉਹਨਾਂ ਨੂੰ ਉਹਨਾਂ ਦੇ ਵਿੱਚ ਜਿਹੜਾ ਕਰੰਟ ਹੈ, ਵੋਲਟੇਜ ਹੈ, ਹੈ ਨਾ, ਇਹ ਸਾਰੀਆਂ ਚੀਜ਼ਾਂ ਮੈਨੇਜ ਕਰਨ ਦੇ ਲਈ ਸਾਨੂੰ ਐਨਾਲੌਗ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ। ਇੱਕ ਸਰਕਟ ਡਿਜ਼ਾਈਨਿੰਗ ਦੀ ਜ਼ਰੂਰਤ ਪੈਂਦੀ ਆ। ਮਲਟੀ ਲੇਅਰ, ਉਹ ਗੱਲ ਵੱਖਰੀ ਹੈ ਕਿ ਅੱਜ ਕੱਲ੍ਹ ਮਲਟੀ ਲੇਅਰ, 2 ਲੇਅਰ, ਹੈ ਨਾ, ਇੱਦਾਂ ਦੇ ਜਿਹੜੇ PCB ਲੇਆਊਟ ਬਣ ਲੱਗ ਗਏ। ਸੋ ਇਹਨਾਂ ਲਈ ਸਾਨੂੰ ਹਾਰਡਵੇਅਰ ਡਿਜ਼ਾਈਨਿੰਗ ਆਉਂਦੀ ਹੋਣੀ ਚਾਹੀਦੀ ਹੈ। ਸੋ ਇੱਕ ਹਾਰਡਵੇਅਰ ਜਿਹੜਾ ਇੰਜੀਨੀਅਰ ਹੈਗਾ, ਉਹਦੀ ਇਹ ਜੌਬ ਹੁੰਦੀ ਹੈ। ਐਮਬੈਡਡ ਇੰਜੀਨੀਅਰ, ਇਹਦੀ ਅੱਗੇ ਡਿਟੇਲ ਦੇ ਵਿੱਚ ਗੱਲ ਕਰਾਂਗੇ। ਬ੍ਰੌਡਕਾਸਟਿੰਗ ਟੈਲੀਕਾਮ ਇੰਜੀਨੀਅਰ, ਸੋ ਜਿੰਨੀ ਵੀ ਟੈਲੀਵਿਜ਼ਨ ਇੰਡਸਟਰੀ ਹੈ ਨਾ, ਜਿਵੇਂ ਤੁਸੀਂ IPL ਦੇ ਮੈਚਸ ਦੇਖਦੇ ਹੋ, ਉਹਦੀ ਜਿਹੜੀ ਲਾਈਵ ਟੈਲੀਕਾਸਟਿੰਗ ਹੁੰਦੀ ਹੈ, ਸੋ ਇੱਕ ਟੈਲੀਕਾਮ ਬ੍ਰੌਡਕਾਸਟਿੰਗ ਇੰਜੀਨੀਅਰ ਹੀ ਕਰਦਾ। ਸੋ ਇਹਦੀ ਵੀ ਅੱਗੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ। ਸੋ IP ਇੰਜੀਨੀਅਰ ਬਣਨ ਦੇ ਲਈ, ਇੱਕ ਹਾਰਡਵੇਅਰ ਡਿਜ਼ਾਈਨ ਕਰਨ ਦੇ ਲਈ, ਸਾਨੂੰ ਜੇ ਅਸੀਂ ਕੋਈ ਚਿਪਸੈਟ ਡਿਜ਼ਾਈਨ ਕਰਨਾ, ਉਹਦੇ ਲਈ ਸਾਨੂੰ VHDL, ਵੈਰੀਲੌਗ, ਡਿਜੀਟਲ ਇਲੈਕਟ੍ਰੋਨਿਕਸ, JTAG ਇੱਕ ਡਿਬਗਿੰਗ ਟੂਲ ਹੈ, C++, ਇਹ ਟੈਸਟਿੰਗ ਲਈ, ਠੀਕ ਹੈ। ਸਿਮੂਲੇਟਰ, ਸਾਨੂੰ ਇਹ ਜਿਹੜੇ ਸਕਿੱਲ ਸੈੱਟ ਹੈ, ਸਾਨੂੰ ਇਹਨਾਂ ਦੇ ਵਿੱਚ ਸਾਡੀ ਐਕਸਪਰਟਿਜ਼ ਹੋਣੀ ਚਾਹੀਦੀ ਹੈ। ਤੇ IP ਵੈਰੀਫਿਕੇਸ਼ਨ ਲਈ ਵੀ ਸਾਡੀ ਸੇਮ ਹੀ ਸਕਿੱਲ ਸੈੱਟ ਹੋਣੀ ਚਾਹੀਦੀ ਹੈ। ਉਹਦਾ ਜਿਹੜਾ ਰੀਜ਼ਨ ਹੈਗਾ ਉਹ ਇਹ ਹੈ ਕਿ ਇੰਡੀਆ ਦੇ ਵਿੱਚ IP ਡਿਜ਼ਾਈਨਿੰਗ ਦੀਆਂ, ਲੇਆਊਟ ਡਿਜ਼ਾਈਨਿੰਗ ਦੀਆਂ, ਚਿਪਸੈਟ ਡਿਜ਼ਾਈਨਿੰਗ ਦੀਆਂ ਜੌਬਸ ਬਹੁਤ ਘੱਟ ਨੇ, ਵੈਰੀਫਿਕੇਸ਼ਨ ਦੀਆਂ ਜੌਬਸ ਬਹੁਤ ਸਾਰੀਆਂ ਨੇ। ਹਾਰਡਵੇਅਰ ਜਿਹੜਾ ਡਿਜ਼ਾਈਨ ਹੁੰਦਾ, ਬੇਸਿਕਲੀ ਉਹ ਚਾਈਨਾ, ਕੋਰੀਆ, ਤਾਈਵਾਨ, ਇੱਥੇ ਜ਼ਿਆਦਾ ਡਿਜ਼ਾਈਨ ਹੁੰਦਾ। ਇੰਡੀਆ ਦੇ ਵਿੱਚ ਟੈਸਟਿੰਗ ਜ਼ਿਆਦਾ ਹੁੰਦੀ ਹੈ। ਸੋ ਤੁਹਾਨੂੰ ਟੈਸਟਿੰਗ ਲਈ ਵੀ ਅਤੇ ਡਿਵੈਲਪਮੈਂਟ ਲਈ ਵੀ, ਹਾਰਡਵੇਅਰ ਡਿਜ਼ਾਈਨਿੰਗ ਲਈ ਵੀ ਤੁਹਾਨੂੰ ਸੇਮ ਸਕਿੱਲ ਸੈੱਟ ਚਾਹੀਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਐਮਬੈਡਡ ਇੰਜੀਨੀਅਰ ਦੀ। ਐਮਬੈਡਡ ਇੰਜੀਨੀਅਰ ਦੇ ਵਿੱਚ ਤੁਹਾਨੂੰ ਹਾਰਡਵੇਅਰ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਮਾਈਕਰੋ ਕੰਟਰੋਲਰ, ਮਾਈਕਰੋ ਪ੍ਰੋਸੈਸਰ, ਇਹਨਾਂ ਦੇ ਆਰਕੀਟੈਕਚਰ ਤੁਹਾਨੂੰ ਪਤਾ ਹੋਣੇ ਚਾਹੀਦੇ। ਜਿਵੇਂ ਮਾਈਕਰੋ ਕੰਟਰੋਲਰ, ਜੇ ਆਪਾਂ ਐਗਜ਼ਾਮਪਲ ਲੈ ਲਈਏ 8051, ਹੈ ਨਾ, ਇਹਦਾ ਆਰਕੀਟੈਕਚਰ ਤੁਹਾਨੂੰ ਪਤਾ ਹੋਣਾ ਚਾਹੀਦਾ। ਆਮ ਆਰਕੀਟੈਕਚਰ ਹੈਗਾ ਇੱਕ, ਹੈ ਨਾ, ਪ੍ਰੋਸੈਸਰ ਦਾ ਆਰਕੀਟੈਕਚਰ ਤੁਹਾਨੂੰ ਇਹ ਆਉਂਦਾ ਹੋਣਾ ਚਾਹੀਦਾ। X86 ਇੱਕ ਪ੍ਰੋਸੈਸਰ ਦਾ ਆਰਕੀਟੈਕਚਰ ਹੈ। ਸੋ ਜੇ ਤੁਹਾਨੂੰ ਹਾਰਡਵੇਅਰ ਦੀ ਚੰਗੀ ਨੌਲੇਜ ਹੋਊਗੀ, ਤਾਂ ਹੀ ਤੁਸੀਂ ਇੱਕ ਜਿਹੜਾ ਹੈਗਾ ਉਹ ਡਰਾਈਵਰ ਹੈਗਾ ਜਿਹੜਾ ਉਹ ਲਿਖ ਸਕਦੇ ਹੋ, ਇੱਕ ਆਪਟੀਮਾਈਜ਼ ਕੋਡ ਲਿਖ ਸਕਦੇ ਹੋ, ਇੱਕ ਆਪਟੀਮਾਈਜ਼ ਜਿਹੜਾ ਹੈਗਾ ਉਹ ਤੁਸੀਂ ਡਰਾਈਵਰ ਲਿਖ ਸਕਦੇ ਹੋ। ਹਾਰਡਵੇਅਰ ਕਮਿਊਨੀਕੇਸ਼ਨ ਪ੍ਰੋਟੋਕੋਲਸ, ਹੈ ਨਾ, ਤੁਹਾਨੂੰ ਇਹਨਾਂ ਦੀ ਬਹੁਤ ਜ਼ਿਆਦਾ, ਜੇ ਤੁਸੀਂ ਕਿਸੇ ਕੈਮਰਾ ਦੇ ਨਾਲ ਤੁਸੀਂ ਕਮਿਊਨੀਕੇਸ਼ਨ ਕਰਨੀ ਹੈ, ਜਾਂ ਤੁਸੀਂ ਕਿਸੇ ਸੀਰੀਅਲ ਡਿਵਾਈਸ, ਜਿਵੇਂ ਕੀਬੋਰਡ ਹੋ ਗਿਆ, ਇਹ ਮੈਂ ਜਨਰਲ ਜਿਹੜੀਆਂ ਚੀਜ਼ਾਂ ਹੈਗੀਆਂ, ਪ੍ਰਿੰਟਰ ਹੋ ਗਿਆ, ਉਹਨਾਂ ਬਾਰੇ ਗੱਲ ਕਰ ਰਿਹਾ। ਪ੍ਰਿੰਟਰ ਹੋ ਗਿਆ, ਕੀਬੋਰਡ ਹੋ ਗਿਆ, ਹੈ ਨਾ। ਸੋ ਇਹਨਾਂ ਦੇ ਨਾਲ ਤੁਹਾਨੂੰ ਕਮਿਊਨੀਕੇਸ਼ਨ ਕਰਨ ਲਈ ਪ੍ਰੋਟੋਕੋਲਸ ਹੁੰਦੇ ਨੇ, ਸੀਰੀਅਲ ਕਮਿਊਨੀਕੇਸ਼ਨ ਦੇ, ਪੈਰਲਲ ਕਮਿਊਨੀਕੇਸ਼ਨ ਦੇ। ਸੋ ਤੁਹਾਨੂੰ ਉਹ ਆਉਂਦੇ ਹੋਣੇ ਚਾਹੀਦੇ ਨੇ, I2C, SPI, ਹੈ ਨਾ, ਇਹ ਤੁਹਾਨੂੰ ਇਹਨਾਂ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਅਸੈਂਬਲੀ,
ਸੋ ਅਸੈਂਬਲੀ ਦੀ ਜ਼ਰੂਰਤ ਹੈ ਜਿਹੜੀ ਬਹੁਤ ਘੱਟ ਪੈਂਦੀ ਹੈ, ਬਟ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਅੰਬੈਡਡ ਸੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕੰਟਰੋਲਰ ਦੇ ਉੱਪਰ ਕੰਮ ਕਰਦੇ ਹੋ, ਤੁਹਾਨੂੰ ਅੰਬੈਡਡ ਸੀ ਪ੍ਰੋਗਰਾਮਿੰਗ ਬਹੁਤ ਜ਼ਰੂਰੀ ਹੈ। ਅਤੇ ਜੇ ਤੁਸੀਂ ਮਾਈਕਰੋ ਪ੍ਰੋਸੈਸਰ 'ਤੇ ਕੰਮ ਕਰਦੇ ਹੋ, ਐਪਲੀਕੇਸ਼ਨ ਲੈਵਲ 'ਤੇ ਕੰਮ ਕਰਦੇ ਹੋ, ਮਿਡਲਵੇਅਰ ਫਰਮਵੇਅਰ ਲੈਵਲ 'ਤੇ ਕੰਮ ਕਰਦੇ ਹੋ, ਤਾਂ ਤੁਹਾਨੂੰ ਸੀ ਪ੍ਰੋਗਰਾਮਿੰਗ ਅਤੇ ਐਪਲੀਕੇਸ਼ਨ ਲੈਵਲ 'ਤੇ C++ ਆਉਂਦੀ ਹੋਣੀ ਬਹੁਤ ਜ਼ਰੂਰੀ ਹੈ। ਹਾਰਡਵੇਅਰ ਇੰਜੀਨੀਅਰ ਨੂੰ ਇੱਕ ਹਾਰਡਵੇਅਰ ਇੰਜੀਨੀਅਰ ਬਣਨ ਲਈ ਸਾਨੂੰ ਐਨਾਲੌਗ ਇਲੈਕਟ੍ਰੋਨਿਕਸ, ਡਿਜੀਟਲ ਇਲੈਕਟ੍ਰੋਨਿਕਸ, PCB ਲੇਆਊਟ, ਡਿਜ਼ਾਈਨਿੰਗ ਅਤੇ ਸਿਮੂਲੇਟਰ, ਇਹ ਸਾਨੂੰ ਇਹਨਾਂ ਦੀ ਐਕਸਪਰਟੀਜ਼ ਹੋਣੀਆਂ ਚਾਹੀਦੀਆਂ ਨੇ। ਅਤੇ ਕੰਪਨੀਜ਼ ਨੇ ਇਹਨਾਂ ਅੰਬੈਡਡ ਦੀਆਂ IP ਡਿਜ਼ਾਈਨਿੰਗ ਦੀਆਂ ਜਿਹੜੀਆਂ ਕੰਪਨੀਜ਼ ਨੇ, ਉਹਨੇ ਇੰਟਲ, ਬ੍ਰੌਡਕਾਮ, ਕੁਆਲਕਮ, ARM, AMD, ਮੀਡੀਆਟੈਕ, ਇਹ ਤੁਸੀਂ ਨੀਚੇ ਦੇਖ ਰਹੇ ਹੋ, ST ਮਾਈਕਰੋ ਇਲੈਕਟ੍ਰੋਨਿਕਸ, ਇਹ ਜਿੰਨੀਆਂ ਵੀ ਕੰਪਨੀਆਂ ਮੈਂ ਜਿਹੜੀਆਂ ਮੈਂਸ਼ਨ ਕੀਤੀਆਂ, ਇਹ ਬਹੁਤ ਵੱਡੀਆਂ ਕੰਪਨੀਆਂ ਨੇ। ਅਤੇ ਬ੍ਰੌਡਕਾਮ ਤੁਸੀਂ ਗੂਗਲ ਕਰਨਾ ਕਿਤੇ, ਇਹ ਇੱਕ ਗਰੁੱਪ ਹੈ ਕੰਪਨੀਜ਼ ਦਾ, ਬਹੁਤ ਸਾਰੀਆਂ ਕੰਪਨੀਜ਼ ਇਹਦੇ ਅੰਡਰ ਆਉਂਦੀਆਂ ਨੇ। ਅਤੇ ਕੁਆਲਕਮ, ਜਿੰਨੇ ਵੀ ਆਪਣੇ ਜਿਹੜੇ ਮੋਬਾਇਲ ਫੋਨਸ ਨੇ, ਇਹਨਾਂ ਦੇ ਪ੍ਰੋਸੈਸਰ ਜਿਹੜੇ ਬਣਦੇ ਨੇ, ਮੋਸਟਲੀ ਕੁਆਲਕਮ ਹੀ ਬਣਾਉਂਦੀ ਹੈ ਉਹਨਾਂ ਨੂੰ। ਇੰਟਲ ਆਪਾਂ ਨੂੰ ਪਤਾ, ਜਿੰਨੇ ਵੀ ਸਾਡੇ ਜਿਹੜੇ ਕੰਪਿਊਟਰ ਜਿਹੜੇ ਅਸੀਂ ਘਰਾਂ ਦੇ ਵਿੱਚ ਯੂਜ਼ ਕਰਦੇ ਨੇ, ਡੈਸਕਟਾਪ ਯੂਜ਼ ਕਰਦੇ ਹਾਂ, ਉਹਨਾਂ ਦੇ ਵਿੱਚ ਇੰਟਲ ਦੇ ਪ੍ਰੋਸੈਸਰ ਯੂਜ਼ ਹੁੰਦੇ ਨੇ। ਸੋ ਇਹ ਬਹੁਤ ਵੱਡੀਆਂ ਕੰਪਨੀਜ਼ ਨੇ, ਸੈਮੀ ਕੰਡਕਟਰ ਕੰਪਨੀਜ਼ ਨੇ ਸਪੈਸ਼ਲੀ। ਬਟ ਇਹਨਾਂ ਤੋਂ ਇਲਾਵਾ ਇੰਡੀਆ ਦੇ ਵਿੱਚ ਹਜ਼ਾਰਾਂ ਹੀ ਕੰਪਨੀਜ਼ ਨੇ, ਸਟਾਰਟਅਪਸ ਨੇ, ਜਿਹੜੀਆਂ ਇਹਨਾਂ ਦੇ ਉੱਪਰ, ਇਹਨਾਂ ਸਕਿੱਲ ਸੈੱਟ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਆ ਇਸ ਟੈਕਨੋਲੋਜੀ ਦੇ ਵਿੱਚ ਜਿਹੜੀਆਂ ਕੰਮ ਕਰਦੀਆਂ ਨੇ। ਸੋ ਤੁਹਾਨੂੰ ਜੇ ਤੁਸੀਂ ਇੰਜੀਨੀਅਰਿੰਗ ਕਰ ਰਹੇ ਹੋ ਜਾਂ ਤੁਸੀਂ ਪਾਸ ਆਊਟ ਹੋ ਚੁੱਕੇ ਹੋ, ਤਾਂ ਤੁਸੀਂ ਇਹਦੇ ਵਿੱਚ ਟ੍ਰੇਨਿੰਗ ਕਰ ਸਕਦੇ ਹੋ, ਜਿਹੜੇ ਮੈਂ ਸਕਿੱਲ ਸੈੱਟ ਮੈਂਸ਼ਨ ਕੀਤੇ ਨੇ। ਅਤੇ ਜਾਂ ਜੇ ਤੁਸੀਂ ਸਟੱਡੀ ਕਰ ਰਹੇ ਹੋ, ਤਾਂ ਤੁਸੀਂ ਨਾਲ ਨਾਲ ਸਿੱਖ ਸਕਦੇ ਹੋ। ਸੋ ਅੱਗੇ ਆਪਾਂ ਗੱਲ ਕਰਾਂਗੇ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ। ਸੋ ਜੇ ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੈ, ਤਾਂ ਤੁਸੀਂ ਐਜ਼ ਆ ਆਟੋਮੇਸ਼ਨ ਇੰਜੀਨੀਅਰ ਕੰਪਨੀ ਦੇ ਵਿੱਚ ਜੋਬ ਲੈ ਸਕਦੇ ਹੋ। ਇਹਦੇ ਲਈ ਤੁਹਾਨੂੰ PLC, ਲੈਡਰ ਪ੍ਰੋਗਰਾਮਿੰਗ, SCADA ਅਤੇ ਇੰਡਸਟਰੀਅਲ ਆਟੋਮੇਸ਼ਨ, ਇਹ ਇਹਨਾਂ ਦੇ ਵਿੱਚ ਤੁਹਾਨੂੰ ਐਕਸਪਰਟੀਜ਼ ਹੋਣੀ ਚਾਹੀਦੀ ਹੈ। ਇਹਦੇ ਲਈ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ, ਕਿਉਂਕਿ ਇਹ ਹਾਰਡਵੇਅਰ ਦੇ ਰਿਲੇਟਡ ਹੈ। ਸੋ ਆਟੋਮੇਸ਼ਨ ਇਜ਼ ਨਾਟ ਈਜ਼ੀ ਜੋਬ। ਸੋ ਇਹਦੇ ਨੂੰ ਸਿੱਖਣ ਦੇ ਲਈ ਤੁਹਾਨੂੰ ਹਾਰਡਵੇਅਰ ਤੁਹਾਡੇ ਕੋਲ ਹੋਣਾ ਚਾਹੀਦਾ। ਇਹਦਾ ਹਾਰਡਵੇਅਰ ਬਹੁਤ ਐਕਸਪੈਂਸਿਵ ਹੁੰਦਾ। ਸੋ ਤੁਸੀਂ ਇਸ ਦੀ ਇੰਡਸਟਰੀਅਲ ਜਿਹੜੀ ਟ੍ਰੇਨਿੰਗ ਹੁੰਦੀ ਆ, ਉਹ ਤੁਸੀਂ ਲੈ ਸਕਦੇ ਹੋ। ਬਹੁਤ ਸਾਰੀਆਂ ਕੰਪਨੀਜ਼ ਇਹਦੀਆਂ ਟ੍ਰੇਨਿੰਗ ਦਿੰਦੀਆਂ ਨੇ। ਟੈਲੀਕਾਮ ਬ੍ਰੌਡਕਾਸਟਿੰਗ ਇੰਜੀਨੀਅਰ ਬਣਨ ਦੇ ਲਈ ਤੁਹਾਨੂੰ HQM ਅਤੇ ਹੈਡੰਟਸ ਜਿਹੜੇ ਹੁੰਦੇ ਨੇ, ਡਿਜੀਟਲ ਹੈਡੰਟਸ ਹੁੰਦੇ ਨੇ, ਸਵਿਚਸ, ਰਾਊਟਰਸ, ਰਿਪੀਟਰਸ, ਨੈਟਵਰਕਿੰਗ ਟਪੋਲੋਜੀਜ਼, ਇਹਨਾਂ ਦੀ ਤੁਹਾਨੂੰ ਨੌਲੇਜ ਹੋਣੀ, ਇਹਨਾਂ ਦੀ ਐਕਸਪਰਟੀਜ਼ ਹੋਣੀ ਤੁਹਾਨੂੰ ਬਹੁਤ ਜ਼ਰੂਰੀ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ, ਜਿਵੇਂ ਪਹਿਲਾਂ ਵੀ ਦੱਸਿਆ ਕਿ ਜਿਹੜੇ IPL ਦੇ ਮੈਚਸ ਨੇ ਜਾਂ ਕੋਈ ਵੀ ਲਾਈਵ ਪ੍ਰੋਗਰਾਮ ਹੈ, ਉਹਦੀ ਜਿਹੜੀ ਟੈਲੀਕਾਸਟ ਜਦੋਂ ਹੁੰਦੀ ਹੈ, ਤਾਂ ਇੱਕ ਬ੍ਰੌਡਕਾਸਟ ਇੰਜੀਨੀਅਰ, ਇੱਕ ਟੈਲੀਕਾਮ ਦਾ ਜਿਹੜਾ ਇੰਜੀਨੀਅਰ ਹੁੰਦਾ, ਉਹੀ ਕਰਦਾ ਹੈਗਾ। ਸੋ ਉਹ ਬਣਨ ਦੇ ਲਈ ਤੁਹਾਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਅਤੇ ਇਹਨਾਂ ਦੀਆਂ ਕੰਪਨੀਜ਼ ਨੇ, ਆਟੋਮੇਸ਼ਨ ਇੰਜੀਨੀਅਰ ਜਿਹੜਾ ਮੈਂ ਤੁਹਾਨੂੰ ਦੱਸਿਆ, ਕਿ ਜੇ ਤੁਸੀਂ PLC, SCADA ਜਾਂ ਇਹਦੇ ਵਿੱਚ ਤੁਸੀਂ ਜੋਬ ਲੈਣੀ ਚਾਹੁੰਦੇ ਹੋ, ਤਾਂ ਇਹਦੀਆਂ ਕੰਪਨੀਜ਼ ਨੇ ਸ਼ਨਾਈਡਰ, ABB, ਸਾਈਮਨਸ, L&T, ਬੈਲ, ਇਹ ਸਾਰੀਆਂ ਜਿਹੜੀਆਂ ਕੰਪਨੀਜ਼ ਤੁਸੀਂ ਦੇਖ ਰਹੇ ਹੋ। BSNL, ਨਿਊ ਚੈਨਲਸ, ਇਹ ਟੈਲੀਕਾਮ ਇੰਜੀਨੀਅਰਸ ਜਿਹੜੇ ਹੁੰਦੇ ਨੇ, ਇਹਨਾਂ ਦੀਆਂ ਆ ਗਈਆਂ। ਸੋ ਇਹ ਗਿਣੀਆਂ ਚੁਣੀਆਂ ਕੰਪਨੀਆਂ ਜਿਹੜੀਆਂ ਮੈਂ ਲਿਖੀਆਂ ਨੇ। ਇਹਨਾਂ ਤੋਂ ਇਲਾਵਾ ਹੋਰ ਹਜ਼ਾਰਾਂ ਕੰਪਨੀਜ਼ ਨੇ ਜਿਨ੍ਹਾਂ ਨੂੰ ਇੱਦਾਂ ਦੇ ਸਕਿੱਲ ਸੈੱਟ ਦੀ ਹੈ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ। ਸੋ ਇਸ ਤੋਂ ਅੱਗੇ ਨੇ ਜਿਨ੍ਹਾਂ ਨੇ ਕਿ ਜਿਹੜੇ ਟੈਕਨੀਕਲ ਫੀਲਡ ਦੇ ਵਿੱਚ ਜਿਨ੍ਹਾਂ ਨੇ ਸਟੱਡੀ ਨਹੀਂ ਕੀਤੀ, ਜਿਹੜੇ ਆਰਟਸ ਤੋਂ ਨੇ, ਕਮਰਸ ਤੋਂ ਨੇ, ਮੈਡੀਕਲ ਤੋਂ ਨੇ। ਸੋ ਜਿਨ੍ਹਾਂ ਨੇ ਇਹਨਾਂ ਫੀਲਡ ਦੇ ਵਿੱਚ ਸਟੱਡੀ ਕੀਤੀ ਆ, ਉਹ ਵੀ IT ਦੇ ਵਿੱਚ ਆ ਸਕਦੇ ਨੇ, ਟੈਕਨੀਕਲ ਫੀਲਡ ਦੇ ਵਿੱਚ ਆਪਣਾ ਕਰੀਅਰ ਬਣਾ ਸਕਦੇ ਨੇ। ਉਹਨਾਂ ਨੂੰ ਕੀ ਹੈ ਕਿ ਉਹਨਾਂ ਨੂੰ ਪੇਸ਼ੈਂਸ ਰੱਖਣੇ ਪੈਣੇ ਨੇ, ਹਾਰਡ ਵਰਕ ਕਰਨਾ ਪੈਣਾ, ਡੈਡੀਕੇਟ ਟ੍ਰੇਨਿੰਗ ਕਰਨੀ ਪੈਣੀ ਹੈ ਅਤੇ ਪ੍ਰੋਜੈਕਟਸ ਕਰਨੇ ਪੈਣੇ ਨੇ। ਪ੍ਰੋਜੈਕਟਸ ਸਾਰਿਆਂ ਨੂੰ ਹੀ ਕਰਨੇ ਪੈਂਦੇ ਨੇ। ਜੇ ਤੁਸੀਂ ਪ੍ਰੋਜੈਕਟਸ ਕੀਤੇ ਨੇ, ਤਾਂ ਤੁਸੀਂ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਦੇ ਹੋ, ਤਾਂ ਉਹਨਾਂ ਨੂੰ ਪਤਾ ਲੱਗਦਾ, ਕੰਪਨੀ ਦੇ ਜਿਹੜੇ ਪੈਨਲ ਬੈਠਾ ਹੁੰਦਾ ਅੱਗੇ ਇੰਟਰਵਿਊ ਲੈਣ ਲਈ, ਕਿ ਇਹਨਾਂ ਨੇ ਵਾਕਈ ਜਿਹੜੇ ਪ੍ਰੋਗਰਾਮਿੰਗ ਸਕਿੱਲਸ ਨੇ ਇਹਨਾਂ ਦੇ ਗੁੱਡ ਨੇ, ਇਹਨਾਂ ਨੇ ਬਹੁਤ ਅੱਛੇ ਪ੍ਰੋਜੈਕਟਸ ਬਣਾਏ ਨੇ। ਜੇ ਤੁਸੀਂ ਪ੍ਰੋਜੈਕਟਸ ਦੇ ਉੱਪਰ ਕੰਮ ਕੀਤਾ ਹੋਵੇ, ਤਾਂ ਉਸ ਤੋਂ ਬਾਅਦ ਤੁਹਾਡੀ ਜੋਬ ਲੱਗ ਜਾਂਦੀ ਹੈ ਈਜ਼ੀ। ਰੇਟ ਆਵਰ ਵਰਕ। ਸੋ ਜੇ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ, ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਜੇ ਤੁਹਾਡਾ ਕੋਈ ਕੁਐਸਚਨ ਹੈ ਮਾਈਂਡ ਦੇ ਵਿੱਚ, ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪੁੱਟ ਕਰ ਸਕਦੇ ਹੋ। ਅਤੇ ਇਸ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਵੋ, ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਨੇ ਉਹ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ। ਅਗਲੇ ਐਪੀਸੋਡ ਦੇ ਵਿੱਚ ਆਪਾਂ ਇੱਕ ਪਰਸਨ ਨੂੰ, ਇੱਕ ਡਿਵੈਲਪਰ ਨੂੰ ਲੈ ਕੇ ਆਵਾਂਗੇ ਅਤੇ ਜਾਣਾਂਗੇ ਕਿ ਉਹਨਾਂ ਦਾ ਸਟਰਗਲ ਕਿਵੇਂ ਰਿਹਾ, ਕਿਵੇਂ ਉਹਨਾਂ ਨੇ ਕੰਪਨੀ ਦੇ ਵਿੱਚ ਜੋਬ ਪ੍ਰਾਪਤ ਕੀਤੀ।
ਸੋ ਇਸ ਤੋਂ ਇਲਾਵਾ ਇੱਕ ਹੋਰ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਦਈਏ ਕਿ ਜੇ ਤੁਸੀਂ ਸਟੱਡੀ ਕਰ ਰਹੇ ਹੋ ਜਾਂ ਤੁਸੀਂ ਪਾਸ ਆਊਟ ਹੋ ਗਏ ਹੋ ਤੇ ਤੁਸੀਂ ਸਕਿੱਲਸ ਦੇ ਉੱਪਰ ਕੰਮ ਕਰ ਰਹੇ ਹੋ, ਟ੍ਰੇਨਿੰਗ ਲੈ ਰਹੇ ਹੋ, ਤਾਂ ਤੁਸੀਂ naukri.com 'ਤੇ ਆਪਣੀ ਪ੍ਰੋਫਾਈਲ ਜ਼ਰੂਰ ਬਣਾਓ। ਉੱਥੇ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਕੰਪਨੀਜ਼ ਦੇ ਵਿੱਚ ਕਿਹੜੀਆਂ-ਕਿਹੜੀਆਂ ਰਿਕੁਆਇਰਮੈਂਟਸ ਨੇ, ਕਿਹੜੀਆਂ-ਕਿਹੜੀਆਂ ਜੌਬਸ ਕੰਪਨੀਜ਼ ਪੋਸਟ ਕਰਦੀਆਂ ਨੇ। ਇਸ ਤੋਂ ਇਲਾਵਾ ਲਿੰਕਡਇਨ 'ਤੇ ਆਪਣੀ ਪ੍ਰੋਫਾਈਲ ਜ਼ਰੂਰ ਬਣਾਓ। ਲਿੰਕਡਇਨ ਇੱਕ ਪ੍ਰੋਫੈਸ਼ਨਲਸ ਦਾ ਨੈਟਵਰਕ ਹੈ, ਜਿਵੇਂ ਫੇਸਬੁੱਕ ਇੱਦਾਂ ਹੀ ਲਿੰਕਡਇਨ ਹੈ। ਫੇਸਬੁੱਕ ਚਾਹੇ ਘੱਟ ਚਲਾਓ ਬਟ ਲਿੰਕਡਇਨ ਜ਼ਰੂਰ ਚਲਾਓ, ਕਿਉਂਕਿ ਲਿੰਕਡਇਨ 'ਤੇ ਤੁਹਾਨੂੰ ਜੌਬ ਲੱਭਣ ਦੇ ਵਿੱਚ ਬਹੁਤ ਆਸਾਨੀ ਹੋਵੇਗੀ। ਸੋ ਇੰਨੀ ਕੁ ਇਨਫੋਰਮੇਸ਼ਨ ਜਿਹੜੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਸੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਇਸ ਨੂੰ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ।